गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, ਆਪਾਂ सारी सत संगत के रूप दे विच एक परिवार के रूप में जुड़ बैठते हाँ रोज़ सतगुरां की हजूरी अंदर। सतगुरु गुरबाणी गुरु विच जो सानूं उपदेश बख्शिश कर रहे, सतगुरां की किरपा द्वारा ये आप विचार करते। गुरबाणी गुरु विच आपां नूं सारा परमात्मा निरंकार वाहिगुरु मिलाप का रस्ता दसे। किवें आप परमात्मा वाहिगुरु तो विछड़े, किवें साडा हुण वापस फिर मिलाप होवे। ये हुण मिलाप तक की जिहड़ी कहानी विछोड़े तो मिलाप तक का रस्ता, इनू गुरबाणी गुरु विच अकथ कहानी अकथ कथा आखी, रीम कथा आखी। हुण जिन्हां ते अकाल पुरख किरपा दृष्टि करदे, उन्हां दे सुते हुए मनां नूं जगाउंदे, जगा के उन्हां नूं अमृत रस पिआउंदे ते अकथ कहानी समझाउंदे। मारे फरमाउंदे जिसे जगावे आवे हो रस, अकथ कथा ते न जानी। हुण ये अकथ कहानी साडी सारियां दी कहानी, साडे मनां दी। हुण जदों आपां फिर संगत रूप दे विच एक परिवार के रूप में विछड़िया होया परिवार इकट्ठे होंदे, फिर आपां आपदा पिछोकड़ फरोलदे भी असीं किथे किथे रहे, किहड़े किहड़े आकारां च रहे, फिर किवें साडा विछोड़ा पै जांदा, विछड़ जांदे। हुण फिर मालक ने किरपा की विछड़िया होया परिवार सानूं मानस जामे विच फिर इकट्ठियां कर दित्ते। हुण जदों फिर आपां सारे इकट्ठा हुंदा परिवार, फिर आपां विचार करते हाँ अपने आपे दी। फिर आपां विचार करते हाँ मालक दी, परमेश्वर दी, वाहिगुरू दी भी किवें साडा उह तों विछोड़ा पिया।
ਇਸ ਨੂੰ ਫਿਰ ਮਹਾਰਾਜ ਕਹਿੰਦੇ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਤਿਗੁਰ ਭਾਵੇ ਤਾਂ ਮੰਨ ਲੈਣ, ਸਹੀ ਕਰਮ ਕਰੇਣ। ਬਈ ਫਿਰ ਜੋ ਆਪ ਇਕੱਠੇ ਹੁੰਦਾ ਪਰਿਵਾਰ, ਫਿਰ ਆਪਾਂ ਆਪਦਾ ਪਿਛੋਕੜ ਕਹਾਣੀ ਆਪਣੀ ਚੱਲਦੀ ਸਾਰੀ ਮਨ ਦੀ। ਔਰ ਇਸ ਵਾਸਤੇ ਫਿਰ ਇਹਨੂੰ ਪ੍ਰੇਮ ਕਹਾਣੀ ਦਾ ਵੀ ਨਾਮ ਦਿੱਤਾ, ਪ੍ਰੇਮ ਕਥਾ ਕੀ, ਜਿਸ ਨੂੰ ਫਿਰ ਸਾਨੂੰ ਸਮਝਾਉਂਦੇ ਵੀ ਕੋਈ ਗੁਰਮੁਖ, ਕੋਈ ਸੱਜਣ ਜਿਹੜਾ ਸਾਨੂੰ ਫਿਰ ਇਹ ਪ੍ਰੇਮ ਦੀ ਕਹਾਣੀ ਦੱਸੇ, ਸਮਝਾਵੇ ਵੀ ਕਿਵੇਂ ਸਾਡਾ ਪਰਮਾਤਮਾ ਦੇ ਨਾਲ ਪਿਆਰ ਪਵੇ, ਕਿਵੇਂ ਸਾਡਾ ਮਿਲਾਪ ਹੋਵੇ, ਉਹ ਸਾਨੂੰ ਸਾਰੀ ਕਹਾਣੀ ਦੱਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੀ ਆਈ। ਬਈ ਉਹ ਸਾਡਾ ਅਸਲ ਸੱਜਣ, ਉਹ ਸਾਡਾ ਭਾਈ, ਉਹ ਸਾਡਾ ਵੀਰ ਹੈ, ਜਿਹੜਾ ਸਾਨੂੰ ਮਾਲਕ ਦੀ ਗੱਲ ਸੁਣਾਉਂਦਾ, ਜਿਹੜਾ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਦਾ। ਮਹਾਰਾਜ ਕਹਿੰਦੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਵੀ ਅਸਲ ਮੇਰਾ ਵੀਰ ਉਹ ਹੈ, ਮੇਰਾ ਭਾਈ ਉਹ ਹੈ ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਗੱਲ ਸੁਣਾਉਂਦਾ, ਜਿਹੜਾ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦਾ ਹੈ, ਉਹ ਸਾਡਾ ਵੀਰ ਹੈ, ਉਹ ਸਾਡਾ ਭਰਾ ਹੈ, ਉਹ ਸਾਡਾ ਭਾਈ ਹੈ। ਇਸ ਵਾਸਤੇ ਫਿਰ ਆਪ ਨੂੰ ਸਮਝਾਉਂਦੇ ਵੀ ਉਹ ਕਹਾਣੀ ਸਾਨੂੰ ਕੌਣ ਸੁਣਾਉਂਦਾ, ਜਿਹੜੇ ਮਾਲਕ ਦੇ ਪਿਆਰੇ, ਜਿਨ੍ਹਾਂ ਨੂੰ ਗੁਰਬਾਣੀ ਗੁਰੂ ਵਿੱਚ ਸੰਤ ਕਿਹਾ, ਉਹਨਾਂ ਨੇ ਸਾਨੂੰ ਫਿਰ ਇਹ ਪ੍ਰੇਮ ਦੀ ਕਹਾਣੀ ਸੁਣਾਉਣੀ ਹੁੰਦੀ, ਪ੍ਰੇਮ ਦਾ ਮਾਰਗ ਦੱਸਣਾ। ਉਹਨਾਂ ਨੇ ਸਾਨੂੰ ਇਹ ਅਕਥ ਕਹਾਣੀ ਸੁਣਾਉਣੀ ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ ਅਤੇ ਕਿਵੇਂ ਹੁਣ ਅਸੀਂ ਵਾਪਸ ਮਿਲਣਾ। ਇਹ ਪ੍ਰੇਮ ਦੀ ਕਹਾਣੀ ਸੰਤਾਂ ਨੇ ਕਰਨੀ ਹੁੰਦੀ, ਹੋਰ ਸੰਤਾਂ ਨੇ ਸਾਨੂੰ ਕੋਈ ਦੁਵਿਧਾ ਦੀ ਗੱਲ ਨਹੀਂ ਸੁਣਾਉਣੀ, ਕੋਈ ਉਹਨਾਂ ਨੇ ਸਾਨੂੰ ਵੈਰ ਵਿਰੋਧ ਦੀ ਗੱਲ ਨਹੀਂ ਸੁਣਾਉਣੀ ਹੁੰਦੀ। ਉਹਨਾਂ ਨੇ ਤਾਂ ਸਾਨੂੰ ਪ੍ਰੇਮ ਦੀ ਕਹਾਣੀ ਸੁਣਾਉਣੀ, ਵੈਰ ਵਿਰੋਧ ਨਾਲ ਉਹਨਾਂ ਦਾ ਕੀ ਕੰਮ। ਇਹ ਵੈਰ ਵਿਰੋਧ ਤਾਂ ਅਸੀਂ ਛੱਡਣਾ, ਉਹਨਾਂ ਨੇ ਸਾਨੂੰ ਸਮਝਾਉਣਾ ਵੀ ਇਹਨੂੰ ਛੱਡੋ। ਇਸ ਵਾਸਤੇ ਉਹਨਾਂ ਨੇ ਸਾਨੂੰ ਫਿਰ ਇਹ ਪ੍ਰੇਮ ਦਾ ਮਾਰਗ ਦੱਸ, ਜਿਹਨੂੰ ਸੰਤ ਮਾਰਗ ਕਹਿੰਦੇ। ਆਈਆਂ ਮਹਾਰਾਜ ਸਮਝਾਉਂਦੇ, ਕਹਿੰਦੇ ਆਪ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਰਹੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਬਈ ਸਾਨੂੰ ਸੰਤਾਂ ਨੇ ਅਕਥ ਕਹਾਣੀ ਸੁਣਾਉਣੀ ਅਤੇ ਸਾਨੂੰ ਦੱਸਣਾ ਬਈ ਅਸੀਂ ਕਿਵੇਂ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ, ਕਿਵੇਂ ਅਸੀਂ ਨਿੱਜ ਘਰ ਜਾਣਾ, ਕਿਵੇਂ ਅਸੀਂ ਉਹ ਹਰੀ ਦੇ ਹੱਟ 'ਤੇ ਜਾਣਾ, ਮੁਖ ਦੇ ਦੁਆਰ 'ਤੇ ਜਾਣਾ। ਇਹ ਸਾਨੂੰ ਫਿਰ ਸਾਰਾ ਭੇਦ ਸੰਤਾਂ ਨੇ ਦਿੱਤਾ। ਇਸ ਲਈ ਮਹਾਰਾਜ ਫਰਮਾਉਂਦੇ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਬਈ ਉਹਨਾਂ ਨੇ ਕਥ ਕਹਾਣੀ ਕਰਨੀ, ਪ੍ਰੇਮ ਦਾ ਮਾਰਗ, ਪ੍ਰੇਮ ਦਾ ਰਸਤਾ ਦੱਸਣਾ, ਪ੍ਰੇਮ ਦੀ ਕਹਾਣੀ ਦੱਸਣੀ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਪ੍ਰੇਮ ਦਾ ਮਾਰਗ, ਇਹ ਸਾਰੀ ਕਹਾਣੀ ਜਿਹੜੀ ਇਹ ਪ੍ਰੇਮ ਦੀ ਹੈ, ਕਥ ਕਹਾਣੀ ਪ੍ਰੇਮ ਕੀ। ਬਈ ਕਿਵੇਂ ਸਾਡੇ ਪਤੀ ਨਾਲੋਂ ਵਿਛੜੇ, ਅਸੀਂ ਵਿਛੋੜਾ ਪਿਆ ਅਤੇ ਕਿਵੇਂ ਵਾਪਸ
ਫਿਰ ਹੀ ਸਾਡਾ ਉਹਦੇ ਨਾਲ ਪ੍ਰੇਮ ਪਿਆ। ਕਿਵੇਂ ਸਾਡੀ ਫਿਰ ਇਹ ਕਹਾਣੀ ਸ਼ੁਰੂ ਹੁੰਦੀ ਪ੍ਰੇਮ ਦੀ, ਜਿਸ ਨੂੰ ਮਾਰੇ ਕਹਿੰਦੇ ਵੀ ਇਹ ਕਹਾਣੀ ਜਿਹੜੀ ਇਹ ਗੁਰੂ ਦੀ ਕਿਰਪਾ ਦੁਆਰਾ, ਗੁਰ ਪ੍ਰਸ਼ਾਦ ਦੁਆਰਾ ਅਸੀਂ ਇਹ ਕਹਾਣੀ ਨੂੰ ਜਾਣਦੇ ਹਾਂ, ਇਹਦੇ ਉੱਤੇ ਚੱਲਦੇ ਹਾਂ ਰਸਤੇ 'ਚ। ਮਾਰੇ ਕਹਿੰਦੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ, ਵੀ ਜੋ ਸਾਡਾ ਮਾਲਕ ਹੈ ਮਹਾਰਾਜਾ, ਰਾਜਿਆਂ ਦਾ ਰਾਜਾ ਮਹਾਰਾਜਾ, ਹੁਣ ਉਹਦੇ ਨਾਲ ਸਾਡੀ ਪ੍ਰੇਮ ਦੀ ਕਹਾਣੀ ਮਨ ਦੀ ਸਾਡੀ ਸੁਰਤੀ ਸੀ। ਹੁਣ ਇਹ ਫਿਰ ਪ੍ਰੇਮ ਦੀ ਕਹਾਣੀ, ਪ੍ਰੇਮ ਦਾ ਮਾਰਗ ਸਾਡਾ ਸ਼ੁਰੂ ਹੁੰਦਾ ਜਦੋਂ ਅਸੀਂ ਫਿਰ ਸਤ ਸੰਗਤ ਦੇ ਵਿੱਚ ਆਉਂਦੇ। ਸਤ ਸੰਗਤ ਦੇ ਵਿੱਚ ਆ ਕੇ ਆਵਾ ਫਿਰ ਵਿਚਾਰ ਕਰਦੇ ਹਾਂ ਪ੍ਰੇਮ ਦੀ, ਇਹ ਕਥਾ ਕਹਾਣੀ ਕਰਦੇ ਪ੍ਰੇਮ ਦੀ, ਅਤੇ ਇਹ ਪ੍ਰੇਮ ਦਾ ਮਾਰਗ, ਇਹਦੇ ਉੱਤੇ ਫਿਰ ਵਿਚਾਰ ਚੱਲਦੀ। ਮਾਰੇ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਕਿ ਅਸੀਂ ਇਹ ਉੱਤਮ ਪੰਥ, ਪ੍ਰੇਮ ਦਾ ਪੰਥ ਜਿਹੜਾ ਅਸੀਂ ਭੁੱਲ ਚੁੱਕੇ, ਉਹਦਾ ਭੇਦ ਸਾਨੂੰ ਆਇਆ ਸਤ ਸੰਗਤ ਦੇ ਵਿੱਚ ਆ ਕੇ, ਸਤ ਸੰਗਤ ਕਰਕੇ। ਜਿਹੜਾ ਮਾਰਗ ਅਸੀਂ ਭੁੱਲ ਚੁੱਕੇ ਸੀ, ਜਿਹਨੂੰ ਅਸੀਂ ਛੱਡ ਚੁੱਕੇ ਸੀ, ਮਾਰੇ ਕਹਿੰਦੇ ਪੰਥਾ ਪ੍ਰੇਮ ਨ ਜਾਣੀ, ਭੁੱਲੀ ਫਿਰੇ ਗਵਾਰ, ਕਿ ਜਿਹੜਾ ਇਹ ਪ੍ਰੇਮ ਦਾ ਪੰਥ ਸਾਡੀ ਸੁਰਤੀ ਨੇ ਛੱਡ ਦਿੱਤਾ, ਸਾਡੇ ਮਨ ਨੇ ਛੱਡ ਦਿੱਤਾ, ਅਤੇ ਅਸੀਂ ਇੱਧਰ ਆ ਕੇ ਧਾਤ ਦਾ ਮਾਰਗ ਸੀ ਜਿਹੜਾ ਉਹ ਅਖਤਿਆਰ ਕਰ ਲਿਆ, ਉਹਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ, ਜਿਹਦੇ ਉੱਤੇ ਵੈਰ ਵਿਰੋਧ ਹੈ, ਜਿਹਦੇ ਉੱਤੇ ਈਰਖਾ ਹੈ, ਨਫ਼ਰਤ, ਹਉਮੈ, ਹੰਕਾਰ, ਨਿੰਦਿਆ, ਚੁਗਲੀ, ਇਹ ਸਾਰਾ ਕੁਛ ਜਿਹੜਾ ਇਹ ਧਾਤ ਦੇ ਰਸਤੇ 'ਤੇ ਹੈ, ਜਿਹੜਾ ਸਾਡੇ ਘਰ ਨੂੰ ਨਹੀਂ ਜਾਂਦਾ ਰਸਤਾ, ਜਿਹੜਾ ਵਾਪਸ ਅੱਗੇ ਜੂਨਾਂ 'ਚ ਜਾਂਦਾ, ਅੱਗੇ ਆਕਾਰਾਂ ਦੇ ਵਿੱਚ ਜਾਂਦਾ। ਇਸ ਵਾਸਤੇ ਸਤਿਗੁਰੂ ਸਮਝਾਉਂਦੇ ਵੀ ਮਨਮੁਖ ਜੀਵ ਜਿਹੜਾ ਰਸਤਾ ਅਖਤਿਆਰ ਕਰਦਾ, ਵੈਰ ਵਿਰੋਧ, ਕਾਮ ਕ੍ਰੋਧ ਮੋਹ ਝੂਠ ਬੇਕਾਰ, ਮਹਾ ਲੋਭ ਧਰੋਏ ਆਹੂੰ ਜੁਗਤ ਬਿਹਾਨੇ ਕਈ ਜਨਮ, ਬਈ ਅਸੀਂ ਇਹ ਰਸਤੇ 'ਤੇ ਪਹਿਲਾਂ ਵੀ ਚੱਲਦੇ ਰਹੇ, ਤਾਂਹੀਓ ਅਸੀਂ ਅੱਗੇ ਦੀ ਅੱਗੇ ਤੁਰੇ ਆ ਰਹੇ ਹਾਂ, ਆਕਾਰਾਂ ਦੇ ਵਿੱਚ ਅੱਗੇ ਦੀ ਅੱਗੇ ਵੱਧਦੇ ਆ ਰਹੇ ਹਾਂ। ਜੇ ਅਸੀਂ ਹੁਣ ਵੀ ਮਾਨਸ ਜਾਮੇ ਵਿੱਚ ਇਹੋ ਰਸਤਾ ਅਖਤਿਆਰ ਕੀਤਾ, ਅਸੀਂ ਵਾਪਸ ਫਿਰ ਆਕਾਰਾਂ ਦੇ ਵਿੱਚ ਮੁੜ ਜਾਣਾ, ਫਿਰ ਅਸੀਂ ਵਾਪਸ ਚਲੇ ਜਾਵਾਂਗੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਰਸਤਾ ਛੱਡ ਕੇ ਜਿਹਦੇ 'ਤੇ ਸਾਰਾ ਸੰਸਾਰ ਚੱਲਦਾ ਪਿਆ, ਇਹ ਰਸਤਾ ਸਾਡੇ ਘਰ ਨੂੰ ਨਹੀਂ ਜਾਂਦਾ, ਇਹ ਵਾਪਸ ਆਕਾਰਾਂ ਦੇ ਵਿੱਚ ਜਾਂਦਾ, ਜੂਨਾਂ ਦੇ ਵਿੱਚ ਜਾਂਦਾ। ਇਸ ਕਰਕੇ ਫਿਰ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ, ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਰਾਹ ਛੱਡ ਕੇ ਤੁਸੀਂ ਆ ਪ੍ਰੇਮ ਦੇ ਮਾਰਗ 'ਤੇ ਚੱਲੋ। ਜਿਸ ਵਰਤਾਏ ਮਾਰੇ ਫਰਮਾਉਂਦੇ, ਜਹ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰਾਰੀ, ਬਈ ਜਿਹੜੇ ਪੈਂਡੇ 'ਤੇ, ਜਿਹੜੇ ਰਾਹ 'ਤੇ ਚੱਲਦੇ ਹੋਏ ਅਸੀਂ ਲੁੱਟੇ ਜਾ ਰਹੇ ਸੀ, ਜੀਵਨ ਦੀ ਬਾਜੀ ਨੂੰ ਹਾਰ ਰਹੇ ਸੀ, ਹਰ ਸਮੇਂ ਅਸੀਂ ਦੁੱਖਾਂ ਦੇ ਵਿੱਚ ਰਹਿੰਦੇ ਸੀ, ਵੈਰ ਵਿਰੋਧ 'ਚ ਰਹਿੰਦੇ ਸੀ, ਹਰ ਸਮੇਂ ਮਨ ਸੀ ਜਿਹੜਾ ਉਹ ਕਲਪਦਾ ਹੀ ਰਹਿੰਦਾ ਸੀ, ਵਿਚਾਰਾਂ ਦੇ ਵਿੱਚ ਸ਼ਾਂਤ ਰਹਿੰਦਾ ਸੀ,
ਉਹ ਰਸਤਾ ਫਿਰ ਆਪਾਂ ਨੂੰ ਸੰਤ ਜਨ ਛਡਾ ਦਿੰਦੇ। ਉਹ ਕਹਿੰਦੇ ਵੀ ਇਹ ਰਸਤਾ ਬੰਦ ਕਰ ਦਿਓ, ਇਹ 'ਤੇ ਨਹੀਂ ਜਾਣਾ, ਤੁਸੀਂ ਇਹ ਪ੍ਰੇਮ ਦੇ ਮਾਰਗ 'ਤੇ ਚੱਲੋ, ਜਿਹਨੂੰ ਸੰਤ ਮਾਰਗ ਕਹਿੰਦੇ। ਜਿਹੜੇ ਫਿਰ ਇਸ ਰਾਹ ਦੇ ਉੱਤੇ ਚੱਲਦੇ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਵੱਡੇ ਭਾਗਾਂ ਵਾਲੇ ਆਖੇ, ਵਡਭਾਗੀ ਆਖੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਵਡਭਾਗੀ ਪਾਏ। ਮਾਰੇ ਕਹਿੰਦੇ ਕੋਈ ਵੱਡੇ ਭਾਗਾਂ ਵਾਲੇ ਮੇਰੇ ਸੰਤ ਮਾਰਗ 'ਤੇ ਚੱਲਦੇ। ਅਤੇ ਜਦੋਂ ਅਸੀਂ ਇਹਦੇ 'ਤੇ ਚੱਲਦੇ ਹਾਂ, ਇਹਦੇ ਵਿੱਚ ਫਿਰ ਪ੍ਰੇਮ ਹੀ ਪ੍ਰੇਮ। ਇਹ ਸੰਤ ਮਾਰਗ 'ਤੇ ਕੋਈ ਵੈਰ ਵਿਰੋਧ ਨਹੀਂ, ਕੋਈ ਈਰਖਾ ਨਫ਼ਰਤ ਨਹੀਂ, ਕਿਸੇ ਨਾਲ ਕੋਈ ਦੁਵਿਧਾ ਨਹੀਂ, ਕਿਸੇ ਦੀ ਕੋਈ ਨਿੰਦਿਆ ਨਹੀਂ। ਇਹਦੇ ਵਿੱਚ ਫਿਰ ਆਪਾਂ ਨੂੰ ਪ੍ਰੇਮ ਹੀ ਪ੍ਰੇਮ ਦੱਸਿਆ ਜਾਂਦਾ, ਕਿਉਂਕਿ ਪ੍ਰੇਮ ਦੀ ਕਹਾਣੀ, ਅਕਥ ਕਹਾਣੀ, ਇਹ ਪ੍ਰੇਮ ਦੀ ਕਹਾਣੀ, ਪ੍ਰੇਮ ਦਾ ਮਾਰਗ। ਆਪਾਂ ਨੂੰ ਫਿਰ ਸਮਝਾਇਆ ਜਾਂਦਾ ਬਈ ਜਦੋਂ ਆਪਾਂ ਇਸ ਮਾਰਗ 'ਤੇ ਚੱਲਦੇ ਹਾਂ, ਚੱਲਦੇ ਹੋਏ ਸਾਡੇ ਅੰਦਰ ਤੜਫ ਪੈਦਾ ਹੋ ਜਾਂਦੀ ਪਰਮਾਤਮਾ ਨੂੰ ਮਿਲਣ ਦੀ। ਸੰਤਾਂ ਨੇ ਪ੍ਰੇਮ ਦੀ ਕਹਾਣੀ ਸੁਣਾ ਸੁਣਾ ਕੇ, ਕਥਾ ਕਹਾਣੀ ਸੁਣਾ ਸੁਣਾ ਕੇ ਸਾਡੇ ਮਨ ਤੋਂ ਮੈਲ ਲਾ ਦੇਣੀ ਅਤੇ ਸਾਡੇ ਮਨ ਨੂੰ ਵੈਰਾਗੀ ਕਰ ਦੇਣਾ। ਜਦੋਂ ਅਸੀਂ ਇਹ ਲਗਾਤਾਰ ਕਹਾਣੀ ਸੁਣੀ ਜਾਂਦੇ, ਸੁਣ ਕੇ ਸਾਡੇ ਮਨ ਦੀ ਮੈਲ ਉਤਰ ਜਾਂਦੀ। ਜਦੋਂ ਮਨ ਦੀ ਮੈਲ ਉਤਰ ਜਾਂਦੀ, ਸਾਡਾ ਮਨ ਵੈਰਾਗੀ ਹੋ ਜਾਂਦਾ। ਜਦੋਂ ਸਾਡਾ ਮਨ ਵੈਰਾਗੀ ਹੋ ਜਾਂਦਾ ਹੈ, ਫਿਰ ਇਹਨੂੰ ਸਮਝਾਉਂਦੇ, ਇਹਦੇ ਵੈਰਾਗੀ ਹੋਇਆ ਬੇਨਤੀ ਕਰਦਾ ਮੈਂ ਪਰਮਾਤਮਾ ਨੂੰ ਮਿਲਣਾ, ਮੈਂ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ। ਫਿਰ ਇਹਨੂੰ ਵੈਰਾਗੀ ਮਨ ਨੂੰ ਸਮਝਾਉਂਦੇ ਵੀ ਪਰਮਾਤਮਾ ਦੇ 2 ਰੂਪ ਨੇ, ਦੱਸ ਤੂੰ ਕਿਹੜੇ ਰੂਪ ਦੇ ਵਿੱਚ ਮਿਲਣਾ। ਵੀ ਇੱਕ ਮਾਲਕ ਦਾ ਰੂਪ ਹੈ ਨਿਰਗੁਣ, ਅਤੇ ਦੂਸਰਾ ਪਰਮਾਤਮਾ ਦਾ ਰੂਪ ਹੈ ਸਰਗੁਣ। ਇਹ ਨਿਰਗੁਣ ਦੇ ਵਿੱਚੋਂ ਹੀ ਮਾਲਕ ਨੇ ਆਪਣਾ ਸਰਗੁਣ ਰੂਪ ਪ੍ਰਗਟ ਕੀਤਾ। ਮਹਾਰਾਜ ਫਰਮਾਉਂਦੇ ਸਰਗੁਣ ਨਿਰਗੁਣ ਨਿਰੰਕਾਰ, ਸੋਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਬਈ ਇਹ ਪਰਮਾਤਮਾ ਦੇ 2 ਰੂਪ ਨੇ, ਇੱਕ ਨਿਰਗੁਣ ਅਤੇ ਦੂਸਰਾ ਸਰਗੁਣ। ਮਨ ਨੂੰ ਕਹਿੰਦੇ ਵੀ ਤੂੰ ਕਿਹੜੇ ਰੂਪ ਦੇ ਵਿੱਚ ਪਰਮਾਤਮਾ ਨੂੰ ਮਿਲਣਾ ਚਾਹੁੰਦਾ। ਹੁਣ ਅਸੀਂ ਨਿਰਗੁਣ ਨੂੰ ਤਾਂ ਦੇਖਦੇ ਨਹੀਂ, ਕਿਉਂਕਿ ਸਾਨੂੰ ਨਿਰਗੁਣ ਦਾ ਗਿਆਨ ਨਹੀਂ ਹੈ, ਨਿਰੰਕਾਰ ਦਾ ਸੋਝੀ ਨਹੀਂ ਹੈ। ਸਾਡੇ ਅੰਦਰ ਇੱਛਾ ਹੁੰਦੀ ਪਹਿਲਾਂ ਸਰਗੁਣ ਰੂਪ ਦੇ ਵਿੱਚ ਮਿਲਣ ਦੀ, ਵੀ ਅਸੀਂ ਆਕਾਰਾਂ ਨੂੰ ਜ਼ਿਆਦਾ ਦੇਖਦੇ ਹਾਂ, ਸਰੀਰਾਂ ਨੂੰ। ਇਸ ਕਰਕੇ ਸਾਡੇ ਮਨ ਦੇ ਵਿੱਚ ਇਹ ਭਾਵਨਾ ਹੁੰਦੀ ਵੀ ਸ਼ਾਇਦ ਉਹ ਸਾਨੂੰ ਸਰੀਰ ਦੇ ਵਿੱਚ ਹੀ ਸਾਨੂੰ ਮਿਲਣਗੇ, ਜਿਵੇਂ ਆਕਾਰ ਦੇ ਵਿੱਚ। ਫਿਰ ਆਪਾਂ ਜਦੋਂ ਇਹ ਇੱਛਾ ਜ਼ਾਹਰ ਕਰਦੇ ਵੀ ਅਸੀਂ ਆਕਾਰ 'ਚ ਮਿਲਣਾ ਚਾਹੁੰਦੇ ਹਾਂ ਪਰਮਾਤਮਾ ਨੂੰ, ਸਰਗੁਣ ਰੂਪ ਦੇ ਵਿੱਚ ਦੇਖਣਾ ਚਾਹੁੰਦੇ, ਫਿਰ ਸਾਨੂੰ ਸਮਝਾਉਂਦੇ ਵੈਰਾਗੀ ਮਨ ਨੂੰ ਵੀ ਇਹ ਸਾਰਾ ਪਰਮਾਤਮਾ ਦਾ ਹੀ ਰੂਪ ਹੈ। ਜਿਹੜੇ ਜਿੰਨੇ ਵੀ ਤੂੰ ਆਕਾਰ ਦੇਖ ਰਹੇ, ਇਹ ਮਹਾਰਾਜ ਕਹਿੰਦੇ ਵੀ ਸਾਰੇ ਆਕਾਰ ਮੇਰੇ ਹੀ ਨੇ, ਮੈਂ ਇਹ ਰਹਿਣ ਵਾਸਤੇ ਆਪਣੇ ਘਰ ਬਣਾਏ। ਜਿੰਨੇ ਵੀ ਘਾਟੇ ਸਰੀਰ ਸਾਰੇ ਮੇਰੇ, ਮੈਂ ਸਭ ਦੇ ਅੰਦਰ ਹੀ ਵਸਦਾ, ਇਹ ਸਾਰਾ ਮੇਰਾ ਹੀ ਰੂਪ ਹੈ। ਮਹਾਰਾਜ ਫਰਮਾਉਂਦੇ ਸਭ ਘਟ ਮੇਰੇ ਹਉ ਸਭਨਾ ਅੰਦਰ। ਬਈ ਜਿੰਨੇ ਵੀ ਘਾਟ ਸਰੀਰ ਇਹ ਸਾਰੇ ਮੇਰੀ, ਮੈਂ ਸਭ ਦੇ ਅੰਦਰ। ਜੇ ਤੂੰ ਮੈਨੂੰ ਸਰਗੁਣ ਰੂਪ 'ਚ ਮਿਲਣਾ ਚਾਹੁੰਦਾ, ਇਹ ਮੇਰਾ ਹੀ ਰੂਪ ਹੈ। ਜਿੰਨੇ ਵੀ ਆਕਾਰ ਨੇ, ਇਹ ਸਾਰਾ ਮੇਰਾ ਹੀ ਰੂਪ ਹੈ। ਅਤੇ ਜਿੰਨੇ ਮਰਜ਼ੀ ਦਰਸ਼ਨ ਕਰ ਲਓ ਮੇਰੇ ਸਰਗੁਣ ਰੂਪ ਦੇ। ਹੁਣ ਗੁਰਬਾਣੀ ਗੁਰੂ ਵਿੱਚ ਮਾਲਕ ਦੇ ਜਿਹੜੇ 2 ਸਰੂਪ ਨਿਰਗੁਣ
ਤੇ ਸਰਗੁਣ ਦੋਵਾਂ ਦੀ ਉਸਤਤ ਕੀਤੀ ਹੈ। ਜਿਹੜਾ ਤਾਂ ਪਰਮਾਤਮਾ ਦਾ ਸਰਗੁਣ ਰੂਪ ਹੈ, ਸਰਗੁਣ ਰੂਪ ਦੀ ਆਕਾਰ ਦੀ ਉਸਤਤ ਕਰਦੇ ਵੀ ਜੋ ਮਾਲਕ ਦਾ ਸਰਗੁਣ ਰੂਪ ਹੈ ਉਹ ਮਿੱਠਾ ਬੋਲਦਾ ਹੈ ਤੇ ਉਹਦੇ ਕਾਲੇ ਨੇਤਰ ਨੇ, ਲੰਮਾ ਉਹਦਾ ਨੱਕ ਹੈ। ਇਹ ਪਰਮਾਤਮਾ ਦਾ ਜਿਹੜਾ ਸਰਗੁਣ ਰੂਪ ਆਕਾਰ ਉਹਦੀ ਵਡਿਆਈ ਕਰਦੀ। ਮਾਰੇ ਫਰਮਾਉਂਦੇ ਬਾਗੀ ਕਾਪੜ, ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ, ਕਬੂ ਸਾਹਿਬ ਦੇਖਿਆ ਭੈਣ। ਵੀ ਇਹ ਸਾਹਿਬ ਦਾ ਜਿਹੜਾ ਸਰਗੁਣ ਰੂਪ ਹੈ ਉਹਦੀ ਵਡਿਆਈ ਕੀਤੀ ਮਾਲਕ ਦੀ। ਵੀ ਉਹਦੇ ਕਾਲੇ ਨੇਤਰ, ਸੋਹਣਾ ਨੱਕ ਉਹਦਾ, ਇਹ ਦੰਦ ਉਹਦੇ ਸੋਹਣੇ, ਮਿੱਠੇ ਬੋਲ, ਇਹ ਪਰਮਾਤਮਾ ਦਾ ਜਿਹੜਾ ਸਰਗੁਣ ਰੂਪ ਉਹਦੀ ਵਡਿਆਈ ਕਰਦੀ। ਜਿਸ ਨੂੰ ਮਾਰੇ ਕਹਿੰਦੇ ਤੇਰੇ ਬਾਂਕੇ ਲੋਇਣ, ਦੰਤ ਰਸਾਲਾ, ਸੋਹਣੇ ਨੱਕ, ਜਿਨ ਲੰਬੜੇ ਬਾਲਾ। ਬਈ ਇਹ ਮਾਲਕ ਦਾ ਸਰਗੁਣ ਰੂਪ, ਵਡਿਆਈ ਉਹਦੀ ਕੀਤੀ ਵੀ ਜੇ ਤੁਸੀਂ ਸਰਗੁਣ ਰੂਪ 'ਚ ਮਿਲਣਾ ਤਾਂ ਇਹ ਸਾਰਾ ਮਾਲਕ ਦਾ ਹੀ ਸਰਗੁਣ ਰੂਪ ਹੈ। ਜਿਹੜਾ ਨਿਰਗੁਣ ਰੂਪ ਹੈ ਉਹ ਵੀ ਤੁਹਾਡੇ ਮੈਂ ਸਾਹਮਣੇ ਤੁਹਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਇਹ ਐਸੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਆਪਾਂ ਜਿੱਥੇ ਵੀ ਚਲੇ ਜਾਈਏ ਉੱਥੇ ਹੀ ਸਾਨੂੰ ਸਾਹ ਦੇ ਕੇ ਜਿਉਂਦਾ ਰੱਖਦਾ। ਇਸ ਲਈ ਮਹਾਰਾਜ ਕਹਿੰਦੇ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਉ। ਬਈ ਉਹ ਜੋ ਸੱਚ ਸਿਰਜਣਹਾਰ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹ ਹਰ ਥਾਂ 'ਤੇ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਾ ਹੋਵੇ। ਸਭ ਦੇ ਅੰਦਰ ਵੀ ਉਹਦੀ ਜੋਤ ਹੈ ਤੇ ਬਾਹਰ ਵੀ ਹਰ ਥਾਂ 'ਤੇ ਮੌਜੂਦ ਹੈ। ਸੰਤ ਜਨਾਂ ਨੇ ਫਿਰ ਸਾਨੂੰ ਇਹ ਭੇਦ ਦੇਣਾ। ਮਾਰੇ ਕਹਿੰਦੇ ਘਟ ਘਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਸੰਤ ਜਨਾਂ ਨੇ ਸਾਨੂੰ ਇਹ ਪ੍ਰੇਮ ਦੀ ਕਹਾਣੀ ਦੇ ਵਿੱਚ ਹੀ ਸਾਰਾ ਸਮਝਾਉਣਾ ਵੀ ਇਹ ਸਾਰਾ ਮਾਲਕ ਦਾ ਹੀ ਆਪਣਾ ਖੇਲ। ਬਈ ਉਹਦੇ ਦੋ ਰੂਪ ਨੇ ਤੇ ਦੋਵੇਂ ਹੀ ਆਪਣੇ ਸਾਹਮਣੇ, ਆਕਾਰ 'ਚ ਵੀ ਆਪਣੇ ਸਾਹਮਣੇ ਤੇ ਨਿਰਗੁਣ 'ਚ ਵੀ ਆਪਣੇ ਸਾਹਮਣੇ। ਹੁਣ ਜੇ ਅਸੀਂ ਵੈਰ ਵਿਰੋਧ ਕਰਾਂਗੇ, ਮਨ ਦੇ ਵਿੱਚ ਈਰਖਾ ਨਫ਼ਰਤ ਰੱਖਾਂਗੇ ਤੇ ਕਿਹਦੇ ਵਰਤਾਈ ਰੱਖਾਂਗੇ? ਜਿਹੜਾ ਅੰਦਰ ਮਾਲਕ ਵੱਸਦਾ ਉਹਦੇ ਨਾਲ। ਤੇ ਜੇ ਅਸੀਂ ਉਹਦੇ ਨਾਲ ਹੀ ਅੰਦਰੋਂ ਵੈਰ ਵਿਰੋਧ ਰੱਖਾਂਗੇ, ਈਰਖਾ ਨਫ਼ਰਤ ਰੱਖਾਂਗੇ ਤੇ ਫਿਰ ਅਸੀਂ ਉਹਨੂੰ ਮਿਲ ਨਹੀਂ ਸਕਦੇ। ਸਾਨੂੰ ਭੇਤ ਨਹੀਂ ਆਏਗਾ, ਸਾਨੂੰ ਇਹ ਗਿਆਨ, ਸਾਨੂੰ ਇਹ ਸੋਝੀ ਨਹੀਂ ਹੋਏਗੀ। ਇਸ ਲਈ ਮਾਰੇ ਫਰਮਾਉਂਦੇ ਬਾਵਾ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਬਈ ਵੈਰ ਵਿਰੋਧ ਕਿਸੇ ਨਾਲ ਨਾ ਕਰੋ, ਕਿਉਂਕਿ ਸਭ ਦੇ ਅੰਦਰ ਹੀ ਬ੍ਰਹਮ ਹੈ। ਪਰਮਾਤਮਾ ਸਭ ਦੇ ਅੰਦਰ ਵੱਸਦਾ। ਹੁਣ ਜੇ ਇੱਕ ਪਾਸੇ ਤਾਂ ਆਪਾਂ ਸਿਮਰਨ ਵੀ ਕਰਦੇ, ਗੁਰਬਾਣੀ ਵੀ ਪੜ੍ਹਦੇ ਤੇ ਬੇਨਤੀਆਂ ਵੀ ਕਰਦੇ ਹਾਂ ਵੀ ਰੱਬਾ ਸਾਨੂੰ ਮਿਲ, ਸਾਨੂੰ ਦਰਸ਼ਨ ਦੇ, ਸਾਡੇ 'ਤੇ ਕਿਰਪਾ ਕਰ। ਤੇ ਜੇ ਅਸੀਂ ਉਹਦੇ ਸਰਗੁਣ ਰੂਪ ਦੇ ਨਾਲ ਹੀ ਈਰਖਾ ਕਰੀ ਜਾਂਦੇ, ਉਹਦੀ ਨਿੰਦਿਆ ਕਰੀ ਜਾਂਦੇ, ਉਹਦੇ ਨਾਲ ਹੀ ਵੈਰ ਵਿਰੋਧ ਕਰੀ ਜਾਂਦੇ, ਫਿਰ ਅਸੀਂ ਉਹਨੂੰ ਮਿਲ ਨਹੀਂ ਸਕਦੇ। ਇਹਨੂੰ ਸਾਡੀ ਅਗਿਆਨਤਾ ਕਹਿੰਦੇ, ਇਹਨੂੰ ਕਹਿੰਦੇ ਆਪਣੀ ਮੱਤ, ਆਪਣੀ ਸੋਚ, ਆਪਣੀ ਸਿਆਣਪ। ਵੀ ਇਹ ਆਪਦੀ ਸਿਆਣਪ ਬਹੁਤ ਵਰਤਦੀ, ਸਿਆਣਪ ਵਰਤਦੇ ਕਰਕੇ ਅਸੀਂ ਫਿਰ ਦੁਖੀ ਹੁੰਦੇ ਹਾਂ। ਸਾਡੀ ਸਿਆਣਪ ਹੀ ਸਾਨੂੰ ਦੁਖੀ ਕਰਦੀ। ਇਹ ਆ ਕਿ ਜੇ ਤਾਂ ਅਸੀਂ ਗੁਰੂ ਦੀ ਮੱਤ ਲੈ ਲਈਏ, ਮਹਾਰਾਜ ਤਾਂ ਸਾਨੂੰ ਕਹਿੰਦੇ ਵੀ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਕਿਉਂਕਿ ਸਭ ਦੇ ਅੰਦਰ ਹੀ ਮਾਲਕ ਹੈ। ਪਰ ਜਦੋਂ ਅਸੀਂ ਗੁਰੂ ਦਾ ਤਾਂ ਇਹ ਬਚਨ ਮੰਨਦੇ ਨਹੀਂ, ਆਪਦੀ ਮੱਤ ਵਰਤਦੇ ਬਈ ਨਹੀਂ ਜੀ ਵੈਰ ਵਿਰੋਧ ਕਰਨਾ ਹੀ ਕਰਨਾ। ਫਿਰ ਜਦੋਂ ਅਸੀਂ ਵੈਰ ਵਿਰੋਧ ਕਰਦੇ ਤੇ ਸਾਡੀ ਸਿਆਣਪ ਆ ਗਈ ਵਿੱਚ,
ਸਾਡੀ ਆਪਣੀ ਮੱਤ, ਅਤੇ ਤਾਂਹੀਓ ਫਿਰ ਅਸੀਂ ਦੁਖੀ ਹੁੰਦੇ। ਫਿਰ ਅਸੀਂ ਜਿਹੜਾ ਇਹ ਵੈਰ ਵਿਰੋਧ ਕਰਦੇ ਹਾਂ, ਦਰਅਸਲ ਅਸੀਂ ਵੈਰ ਕਿਸੇ ਹੋਰ ਨਾਲ ਨਹੀਂ, ਅਸੀਂ ਆਪਦੇ ਆਪ ਨਾਲ ਹੀ ਕਰਦੇ। ਹੁਣ ਜੇ ਅਸੀਂ ਕਿਸੇ ਨੂੰ ਦੁਖੀ ਕਰਨਾ ਚਾਹੁੰਦੇ ਹਾਂ, ਉਹ ਅਸੀਂ ਪਹਿਲਾਂ ਆਪ ਦੁਖੀ ਹੋਵਾਂਗੇ, ਫਿਰ ਅਸੀਂ ਅੱਗੇ ਦੁੱਖ ਪਹੁੰਚਾ ਸਕਦੇ ਕਿਸੇ। ਇਹ ਨਹੀਂ ਵੀ ਜੇ ਅਸੀਂ ਆਖੀਏ ਵੀ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੈ, ਵੀ ਅਸੀਂ ਆਪਦਾ ਨਾ ਕਰੀਏ ਦੂਜੇ ਦਾ ਹੋ ਜਾਵੇ, ਹੋ ਨਹੀਂ ਸਕਦਾ। ਜੇ ਆਪਾਂ ਕਿਸੇ ਨੂੰ ਸ਼ਬਦ ਦੀ ਚੋਟ ਮਾਰਾਂਗੇ, ਕਿਸੇ ਨੂੰ ਫਿੱਕਾ ਵਚਨ ਬੋਲਾਂਗੇ, ਕਿਸੇ ਨੂੰ ਮਾੜਾ ਬੋਲਾਂਗੇ, ਉਹ ਅਸੀਂ ਪਹਿਲਾਂ ਆਪ ਦੁਖੀ ਹੋਵਾਂਗੇ। ਪਹਿਲਾਂ ਖੁਦ ਦੁਖੀ ਹੋਵਾਂਗੇ, ਦੁਖੀ ਹੋ ਕੇ ਫਿਰ ਉਹ ਦੁੱਖ ਦੇ ਵਿੱਚੋਂ ਹੀ ਜਿਹੜੇ ਫਿੱਕੇ ਬੋਲ ਨਿਕਲਣੇ। ਇਸ ਵਾਸਤੇ ਫਿਰ ਜਦੋਂ ਅਸੀਂ ਇਹ ਸਤਸੰਗਤ ਕਰਦੇ, ਸਾਨੂੰ ਸੋਝੀ ਆਉਂਦੀ ਵੀ ਜਦੋਂ ਅਸੀਂ ਕਿਸੇ ਨੂੰ ਫਿੱਕਾ ਬੋਲਦੇ ਹਾਂ, ਫਿੱਕਾ ਬੋਲਿਆ ਹੋਇਆ ਸਾਡਾ, ਇਹ ਤਾਂ ਪਤਾ ਨਹੀਂ ਵੀ ਉਹਦਾ ਅਗਲੇ ਦਾ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ, ਪਰ ਸਾਡਾ ਖੁਦ ਦਾ ਜ਼ਰੂਰ ਹੁੰਦਾ। ਜੇ ਅਸੀਂ ਗੁੱਸਾ ਕਰਾਂਗੇ, ਗੁੱਸਾ ਕਰਨ ਦੇ ਨਾਲ ਹੋਰ ਤਾਂ ਕਿਸੇ ਦਾ ਨੁਕਸਾਨ ਕੀ ਹੋਣਾ, ਉਹ ਸਭ ਤੋਂ ਪਹਿਲਾਂ ਸਾਡਾ ਖੁਦ ਦਾ ਹੋਣਾ, ਆਪਣੇ ਦਾ। ਸਾਡੇ ਮਨ ਨੇ ਅਸ਼ਾਂਤ ਹੋਣਾ, ਸਾਡੇ ਮਨ ਨੇ ਦੁਖੀ ਹੋ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਕਹਾਣੀ ਕਿਸੇ ਹੋਰ ਦੀ ਨਹੀਂ, ਸਾਡੀ ਖੁਦ ਦੀ ਹੈ, ਆਪਣੀ। ਹੁਣ ਅਗਿਆਨਤਾ ਦੇ ਵਿੱਚ ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਅਸੀਂ ਖੁਦ ਹੀ ਦੁਖੀ ਹੁੰਦੇ। ਦੁੱਖ ਦਾ ਕਾਰਨ ਕੀ ਹੈ? ਸਾਡੀ ਆਪਣੀ ਮੱਤ, ਤਾਂ ਅਸੀਂ ਦੁਖੀ। ਸਾਡੀ ਜਿਹੜੀ ਸਿਆਣਪ ਹੈ, ਇਹ ਜੋ ਸਾਨੂੰ ਦੁੱਖਾਂ ਦੇ ਵਿੱਚ ਰੱਖਦੀ, ਸਾਡੀ ਆਪਣੀ ਮੱਤ ਤਾਂ ਕਰਕੇ ਅਸੀਂ ਤਾਂ ਦੁਖੀ ਹੁੰਦੇ ਹਾਂ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਆਪਦੀ ਮੱਤ ਜਿਹੜੀ ਸਾਡੀ ਸਿਆਣਪ ਸਾਨੂੰ ਦੁਖੀ ਤਾਂ ਕਰ ਸਕਦੀ, ਅਸੀਂ ਡੁੱਬ ਤਾਂ ਸਕਦੇ ਹਾਂ, ਪਰ ਅਸੀਂ ਤਰ ਨਹੀਂ ਸਕਦੇ। ਜੇ ਕਹਿੰਦੇ ਤੁਸੀਂ ਤਰਨਾ, ਤੇ ਫਿਰ ਤੁਸੀਂ ਆਪਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਲਓ। ਤਾਂਹੀਓ ਮਹਾਰਾਜ ਸਾਨੂੰ ਫਰਮਾਉਂਦੇ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਬਈ ਵੱਡੇ ਵੱਡੇ ਸਿਆਣੇ ਭਵ ਸਾਗਰ 'ਚ ਡੁੱਬ ਜਾਂਦੇ, ਕਿਉਂਕਿ ਸਾਡੀ ਸਿਆਣਪ ਸਾਨੂੰ ਡੋਬ ਲੈਂਦੀ। ਬਹੁਤੇ ਅਸੀਂ ਹਿਸਾਬ ਕਿਤਾਬ ਦੇ ਵਿੱਚ ਪਈ ਹੋਈ ਅਸੀਂ ਡੁੱਬ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹਨੂੰ ਛੱਡੋ, ਆਪਦੀ ਸਿਆਣਪ ਨੂੰ ਛੱਡ ਦਿਓ ਅਤੇ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿਓ। ਜਦੋਂ ਅਸੀਂ ਇਹ ਲਗਾਤਾਰ ਸਿਮਰਨ ਕਰਾਂਗੇ, ਆਪਦੀ ਸਿਆਣਪ ਛੱਡ ਦਾਂਗੇ, ਸਾਡੇ ਦੁੱਖ ਭਰਮ ਨੇ ਜਿਹੜੇ ਇਹ ਸਾਰੇ ਖਤਮ ਹੋ ਜਾਣਗੇ। ਮਹਾਰਾਜ ਕਹਿੰਦੇ, ਤਜੋ ਸਿਆਣਪ ਸੁਰਜ ਨੂੰ, ਸਿਮਰੋ ਹਰਿ ਹਰਿ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭੁ ਜਾਏ। ਬਈ ਸਾਡੇ ਦੁੱਖ ਵੀ ਖਤਮ ਹੋ ਜਾਣੇ, ਸਾਡੇ ਭਰਮ ਵੀ ਖਤਮ ਹੋ ਜਾਣੇ, ਜੇ ਅਸੀਂ ਹੁਣ ਸਿਮਰਨ ਕਰੀਏ ਤਾਂ, ਜੇ ਅਸੀਂ ਗੁਰੂ ਦੀ ਮੱਤ ਲਈਏ ਤਾਂ। ਇਸ ਵਾਸਤੇ ਜਦੋਂ ਫਿਰ ਆਪਾਂ ਇਸ ਸਤਸੰਗਤ ਦੇ ਵਿੱਚ ਆਉਂਦੇ ਹਾਂ, ਸਤਿਗੁਰਾਂ ਦੀ ਵਿਚਾਰ ਕਰਦੇ ਹਾਂ, ਫਿਰ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਪਾਇਆ ਜਾਂਦਾ, ਸੁਰਮਾ, ਜਿਹਦੇ ਨਾਲ ਫਿਰ ਸਾਨੂੰ ਦਿਸਣਾ ਸ਼ੁਰੂ ਹੁੰਦਾ। ਸਾਡੇ ਅੰਦਰ ਜਿਹੜਾ ਇਹ ਅਗਿਆਨਤਾ ਦਾ ਹਨੇਰਾ, ਇਹ ਹਨੇਰਾ ਖਤਮ ਹੁੰਦਾ ਹੈ ਅਤੇ ਗਿਆਨ ਦਾ ਚਾਨਣ ਹੁੰਦਾ, ਗਿਆਨ ਦਾ ਪ੍ਰਕਾਸ਼ ਹੁੰਦਾ। ਮਹਾਰਾਜ ਫਰਮਾਉਂਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਬੇਸ਼ੱਕ ਬਾਹਰੀ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਸੰਸਾਰ ਦਾ ਕਿੰਨਾ ਵੀ ਅਸੀਂ ਇਕੱਠਾ ਕਰ ਲਈਏ, ਪਰ ਜਦ ਤੱਕ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ। ਸਾਡਾ ਮਨ ਹੈ ਜਿਹੜਾ ਮਨ ਦੁਖੀ ਹੈ, ਸਾਡਾ ਮਨ ਅਸ਼ਾਂਤ,
ਤਾਈਓ ਮਹਾਰਾਜ ਸਾਨੂੰ ਫਿਰ ਉਦਾਹਰਨ ਦਿੰਦੇ ਵੀ ਬਾਹਰੀ ਗਿਆਨ ਕਿੰਨਾ ਵੀ ਹੋ ਜੇ, ਹਜ਼ਾਰਾਂ ਸੂਰਜ ਚੰਦਰਮਾ ਚੜ੍ਹੇ ਆਉਣ, ਪਰ ਗੁਰੂ ਤੋਂ ਬਿਨਾਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਸਾਡੇ ਅੰਦਰ ਹਨੇਰਾ। ਮਹਾਰਾਜ ਤਾਈਓ ਗੁਰੂ ਦੀ ਉਸਤਤ ਕਰਦੇ ਹੋਏ, ਵਡਿਆਈ ਕਰਦੇ ਹੋਏ ਫਰਮਾਉਂਦੇ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ ਬੇਸ਼ੱਕ ਬਾਹਰੀ ਦਾ ਸਾਨੂੰ ਕਿੰਨਾ ਵੀ ਗਿਆਨ ਹੋ ਜੇ, ਕਿੰਨਾ ਵੀ ਇਸ ਸੰਸਾਰ ਦਾ ਅਸੀਂ ਗਿਆਨ ਇਕੱਠਾ ਕਰ ਲਈਏ ਬਾਹਰੀ, ਪਰ ਸਾਨੂੰ ਅੰਦਰ ਦਾ ਗਿਆਨ ਨਹੀਂ। ਸਾਡਾ ਮਨ ਦੁਖੀ ਹੈ, ਮਨ ਸ਼ਾਂਤ, ਸਾਡੀ ਸਿਆਣਪ ਨਹੀਂ ਖਤਮ ਹੁੰਦੀ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ। ਗੁਰੂ ਤੋਂ ਬਿਨਾਂ ਸਾਨੂੰ ਇਹ ਸਮਝ ਨਹੀਂ ਆਉਂਦੀ ਖੇਲ ਦੀ। ਗੁਰੂ ਤੋਂ ਬਿਨਾਂ ਸਾਡੀ ਬੁੱਧ ਵਿਵੇਕ ਨਹੀਂ ਹੋ ਸਕਦੀ, ਸਾਨੂੰ ਵਿਵੇਕ ਗਿਆਨ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੀ। ਇਸ ਲਈ ਮਹਾਰਾਜ ਫਰਮਾਉਂਦੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਈ ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੁੰਦਾ, ਸਾਡੀ ਬੁੱਧ ਵਿਵੇਕ ਨਹੀਂ ਹੁੰਦੀ। ਹੁਣ ਬੁੱਧ ਵਿਵੇਕ ਕਹਿੰਦੇ ਬਈ ਜਦੋਂ ਸਾਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਂਦਾ, ਸਾਨੂੰ ਸਾਡੇ ਘਰ ਦਾ ਭੇਤ ਆ ਜਾਂਦਾ, ਜਦੋਂ ਅਸੀਂ ਇਹ ਪ੍ਰੇਮ ਦੇ ਮਾਰਗ 'ਤੇ ਚੱਲਦੇ ਹਾਂ, ਇਹ ਕਥਾ ਕਹਾਣੀ ਨੂੰ ਸੁਣਦੇ ਹੋਏ, ਮੰਨਦੇ ਹੋਏ ਆਪਦੇ ਘਰ ਜਾਂਦੇ ਹਾਂ, ਫਿਰ ਸਾਨੂੰ ਕਹਿੰਦੇ ਵੀ ਇਹਨਾਂ ਦੀ ਬੁੱਧ ਵਿਵੇਕ ਹੋ ਗਈ, ਇਹਨਾਂ ਨੂੰ ਵਿਵੇਕ ਗਿਆਨ। ਜਿਵੇਂ ਸਤ ਸੰਗਤ ਨੂੰ ਪਾਰਸ ਦਾ ਨਾਮ ਦਿੱਤਾ, ਜਿਵੇਂ ਲੋਹੇ ਦੇ ਨਾਲ ਪਾਰਸ ਲੱਗ ਜਾਵੇ ਅਤੇ ਉਹ ਲੋਹਾ ਕੰਚਨ ਬਣ ਜਾਂਦਾ, ਸੋਨਾ ਹੋ ਜਾਂਦਾ। ਹੁਣ ਸਾਡਾ ਜਿਹੜਾ ਮਨ ਹੈ ਇਹ ਲੋਹਾ ਰੂਪ ਹੋ ਗਿਆ, ਇਹਨੂੰ ਜੰਗਾਲ ਲੱਗ ਗਿਆ। ਸਤ ਸੰਗਤ ਨੂੰ ਪਾਰਸ ਆਖੇ। ਜਦੋਂ ਸਾਡਾ ਮਨ ਲੋਹਾ ਹੋਇਆ ਹੋਇਆ ਪਾਰਸ ਦੇ ਵਿੱਚ ਆਉਂਦਾ, ਪਾਰਸ ਦੇ ਨਾਲ ਲੱਗਦਾ ਸਤਸੰਗ 'ਚ, ਇਹਦੇ ਕੰਚਨ ਹੋ ਜਾਂਦਾ, ਸ਼ੁੱਧ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਸਾਧ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਾਰਸ ਲੋਹਾ ਕੰਚਨ ਸੋਈ। ਬਈ ਸਤ ਸੰਗਤ ਦੇ ਵਿੱਚ ਆ ਕੇ ਸਾਡੀ ਬੁੱਧ ਵਿਵੇਕ ਹੁੰਦੀ, ਸਾਨੂੰ ਵਿਵੇਕ ਗਿਆਨ ਹੁੰਦਾ। ਵਿਵੇਕ ਗਿਆਨ ਕਹਿੰਦੇ ਬ੍ਰਹਮ ਦਾ ਗਿਆਨ ਹੋ ਜਾਣਾ, ਵੀ ਸਾਨੂੰ ਸਾਡੇ ਦੇਸ਼ ਦਾ ਵੀ ਗਿਆਨ ਹੋ ਜਾਣਾ, ਪਰਲੋਕ ਦਾ, ਸਾਡੇ ਘਰ ਦਾ ਗਿਆਨ ਹੋ ਜਾਣਾ, ਨਿੱਜ ਮਹਿਲ ਦਾ। ਉਦੋਂ ਕਹਿੰਦੇ ਵੀ ਇਹ ਵਿਵੇਕੀ ਨੇ, ਵੀ ਇਹਨਾਂ ਦੀ ਬੁੱਧ ਵਿਵੇਕ ਹੈ, ਵੀ ਇਹ ਤ੍ਰੈ ਗੁਣਾਂ ਤੋਂ ਅਤੀਤ ਹੋ ਚੁੱਕੇ, ਇਹਨਾਂ ਦਾ ਮਨ ਉੱਪਰ ਉੱਠਿਆ ਚੌਥੇ ਪਦ ਦੇ ਵਿੱਚ। ਜੇ ਕੋਈ ਪਰਮਾਤਮਾ ਨੂੰ ਮਿਲਾਪ ਦੀ ਗੱਲ ਪੁੱਛਣੀ, ਜੇ ਕੋਈ ਰੱਬ ਦੇ ਘਰ ਦੀ ਗੱਲ ਪੁੱਛਣੀ ਹੈ, ਤਾਂ ਇਹਨਾਂ ਵਿਵੇਕੀਆਂ ਤੋਂ ਪੁੱਛ ਲਓ। ਮਹਾਰਾਜ ਕਹਿੰਦੇ ਪੁੱਛੋ ਜਾਏ ਵਿਵੇਕੀਆਂ, ਵੀ ਉਹਨਾਂ ਵਿਵੇਕੀਆਂ ਤੋਂ ਜਾ ਕੇ ਪੁੱਛ ਲਓ। ਜੇ ਅਸੀਂ ਭੁੱਲ ਗਏ ਹਾਂ ਵੀ ਸਾਨੂੰ ਨਹੀਂ ਪਤਾ ਰਸਤੇ ਦਾ, ਪਰਮਾਤਮਾ ਨੂੰ ਮਿਲਾਪ ਦਾ, ਸਾਨੂੰ ਨਹੀਂ ਪਤਾ ਅਸੀਂ ਅੱਗੇ ਜਾਣਾ ਕਿੱਥੇ, ਅਤੇ ਮਹਾਰਾਜ ਕਹਿੰਦੇ ਵੀ ਉਹਨਾਂ ਤੋਂ ਪੁੱਛੋ, ਫਿਰ ਉਹ ਸਾਨੂੰ ਵਿਵੇਕੀ ਦੱਸਣਗੇ, ਉੱਦਾਂ ਨਹੀਂ ਸਾਨੂੰ ਕੋਈ ਦੱਸ ਸਕਦਾ। ਜਿਹੜੇ ਵਿਵੇਕੀ ਨੇ ਉਹੀਓ ਦੱਸਣਗੇ ਰਸਤਾ। ਤਾਂਹੀਓ ਫਿਰ ਆਪਾਂ ਉਹਨਾਂ ਵਿਵੇਕੀਆਂ ਤੋਂ ਪੁੱਛਦੇ ਹਾਂ। ਕੀ ਪੁੱਛਦੇ ਹਾਂ? ਅੱਗੇ ਕਿਆ ਜਾਣਾ ਨਾਹੀਂ ਮੈਂ ਭੁੱਲੇ ਤੂੰ ਸਮਝਾਏ। ਬਈ ਸਾਨੂੰ ਨਹੀਂ ਪਤਾ ਅੱਗੇ ਅਸੀਂ ਜਾਣਾ ਕਿੱਥੇ, ਮੈਂ ਤਾਂ ਰਾਹ ਹੀ ਭੁੱਲ ਗਈ। ਮੈਨੂੰ ਨਹੀਂ ਪਤਾ ਵੀ ਅੱਗੇ ਕੀ ਹੈ, ਮੇਰਾ ਦੇਸ਼ ਕਿਹੜਾ ਹੈ, ਉਹ ਦੇਸ਼ ਨੂੰ ਕਿਹੜਾ ਰਸਤਾ ਜਾਂਦਾ ਹੈ, ਮੈਨੂੰ ਉਹ ਰਾਹ ਦਾ ਨਹੀਂ ਪਤਾ। ਜਿਹੜਾ ਸੰਤ ਮਾਰਗ ਹੈ, ਉਹ ਸੰਤ ਮਾਰਗ ਨੂੰ ਭੁੱਲ ਚੁੱਕੇ ਵੀ ਸਾਨੂੰ ਨਹੀਂ ਪਤਾ ਉਹਦੇ 'ਤੇ ਕਿਵੇਂ ਚੱਲੀਦਾ। ਵੀ ਤੁਸੀਂ ਗੁਰਮੁਖ ਹੋ, ਤੁਸੀਂ ਵਿਵੇਕੀ ਹੋ, ਤੁਸੀਂ ਸਾਨੂੰ ਇਹ ਰਾਹ ਦੱਸੋ, ਤੁਸੀਂ ਸਾਨੂੰ ਇਹ ਰਸਤੇ ਪਾਓ।
ਫਿਰ ਉਹਨਾਂ ਵਿਵੇਕੀਆਂ ਨੇ ਸਾਨੂੰ ਇਹ ਰਾਹ ਦੱਸਣਾ, ਮਾਰਗ ਦੱਸਣਾ, ਸੰਤ ਮਾਰਗ ਸਾਨੂੰ ਇਹ ਮਾਰਗ 'ਤੇ ਤੋਰਨਾ, ਉਹਨਾਂ ਨੇ ਸਾਨੂੰ ਦੱਸੀ ਜਾਣਾ ਰਸਤਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜੇ ਤਾਂ ਤੁਸੀਂ ਭੁੱਲ ਗਏ ਹੋ, ਤੁਸੀਂ ਆਪ ਪੁੱਛ ਲਓ, ਅਤੇ ਜੇ ਤੁਸੀਂ ਜਾਣ ਲਿਆ, ਤੁਹਾਨੂੰ ਰਾਹ ਦਾ ਪਤਾ ਲੱਗ ਗਿਆ, ਤੁਹਾਡੀ ਬੁੱਧ ਵਿਵੇਕ ਹੋ ਗਈ, ਤੁਹਾਨੂੰ ਸੋਝੀ ਆ ਗਈ, ਮਾਲਕ ਨੇ ਕਿਰਪਾ ਕਰ ਦਿੱਤੀ। ਪਰ ਜਿਹੜੇ ਤੁਹਾਨੂੰ ਲੱਗਦਾ ਵੀ ਜੀਵ ਭੁੱਲੇ ਹੋਏ ਨੇ, ਉਹਨਾਂ ਨੂੰ ਤੁਸੀਂ ਜਾ ਕੇ ਦੱਸੋ, ਉਹਨਾਂ ਨੂੰ ਸਮਝਾਓ ਵੀ ਇਹ ਤੁਹਾਡੀ ਡਿਊਟੀ ਹੈ, ਤੁਹਾਡਾ ਇਹ ਫਰਜ਼ ਬਣਦਾ ਹੈ। ਤਾਂ ਕਰਕੇ ਗੁਰਮੁਖ ਫਿਰ ਆਪਦਾ ਫਰਜ਼ ਸਮਝਦੇ ਹੋਏ ਉਹ ਸਾਨੂੰ ਤਾਂ ਸਮਝਾਉਂਦੇ, ਉਹ ਸਾਨੂੰ ਤਾਂ ਦੱਸੀ ਜਾਂਦੇ। ਜੇ ਅਸੀਂ ਉਹਨਾਂ ਤੋਂ ਨਹੀਂ ਵੀ ਪੁੱਛਦੇ, ਉਹ ਸਾਨੂੰ ਤਾਂ ਵੀ ਦੱਸਦੇ। ਇਸ ਵਾਸਤੇ ਮਹਾਰਾਜ ਕਹਿੰਦੇ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ। ਵੀ ਜੇ ਕੋਈ ਆਪਾਂ ਨੂੰ ਲੱਗਦਾ ਵੀ ਇਹ ਭੁੱਲਿਆ ਹੋਇਆ ਰਸਤਾ, ਵੀ ਇਹਨੂੰ ਪਤਾ ਨਹੀਂ ਇਹ ਸੰਤ ਮਾਰਗ ਦਾ, ਵੀ ਉਹਨੂੰ ਮਹਾਰਾਜ ਕਹਿੰਦੇ ਜਾ ਕੇ ਸਮਝਾ ਦੇ, ਉਹਨੂੰ ਦੱਸ ਦੇ। ਇਹ ਸਭ ਤੋਂ ਵੱਡਾ ਪਰਉਪਕਾਰ ਹੈ, ਇਹ ਸਭ ਤੋਂ ਵੱਡਾ ਦਾਨ ਹੈ। ਕਲਯੁਗ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਪੁੰਨ ਇਹੀ ਹੈ, ਸਿਮਰਨ ਕਰਨਾ ਅਤੇ ਕਰਾਉਣਾ। ਪਰਮਾਤਮਾ ਦੇ ਗੁਣ ਗਾਉਣੇ, ਮਾਲਕ ਦੀ ਵਡਿਆਈ ਕਰਨੀ, ਇਹ ਸਭ ਤੋਂ ਵੱਡਾ ਪੁੰਨ ਹੈ। ਮਹਾਰਾਜ ਫਰਮਾਉਂਦੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ। ਬਈ ਕਲਯੁਗ ਦੇ ਵਿੱਚ ਕਿਹੜਾ ਪੁੰਨ ਹੈ ਸਭ ਤੋਂ ਵੱਡਾ? ਮਹਾਰਾਜ ਕਹਿੰਦੇ ਪਰਮਾਤਮਾ ਦੇ ਗੁਣ ਗਾਉਣੇ, ਮਾਲਕ ਦਾ ਸਿਮਰਨ ਕਰਨਾ, ਇਹ ਸਭ ਤੋਂ ਵੱਡਾ ਪੁੰਨ ਹੈ। ਹੁਣ ਜੇ ਆਪਾਂ ਕਿਸੇ ਨੂੰ ਇਹ ਸਿਮਰਨ ਕਰਨ 'ਤੇ ਲਾ ਦਿੱਤਾ, ਉਹਨੂੰ ਮਾਰਗ ਦੱਸਿਆ, ਰਸਤਾ ਦੱਸਿਆ, ਉਹ ਇਹ ਮਾਰਗ ਦੇ ਉੱਤੇ ਚੱਲ ਪਿਆ, ਸਿਮਰਨ ਕਰਨ ਲੱਗ ਗਿਆ, ਸਤਸੰਗਤ ਕਰਨ ਲੱਗ ਗਿਆ, ਇਹ ਤੁਸੀਂ ਉਹ ਜੀਵ ਦੇ ਉੱਤੇ ਦਇਆ ਕੀਤੀ। ਇਹ ਦਇਆ ਕੀਤੀ ਹੋਈ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਬਈ ਅਸੀਂ ਕਿਸੇ ਭੁੱਲੇ ਹੋਏ ਇੱਕ ਜੀਵ ਨੂੰ ਵੀ ਦੱਸ ਦਿੱਤਾ ਅਤੇ ਉਹ ਸਿਮਰਨ ਕਰਨ ਲੱਗ ਗਏ, ਸਮਝ ਲਓ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ। ਸਾਡਾ ਘਰੇ ਬੈਠਿਆਂ ਦਾ ਹੀ 68 ਤੀਰਥਾਂ ਦਾ ਜਿਹੜਾ ਇਸ਼ਨਾਨ ਸੀ, ਉਹ ਇਸ਼ਨਾਨ ਹੋ ਗਿਆ ਅਤੇ ਸਾਨੂੰ ਉਹਦਾ ਫਲ ਮਿਲ ਗਿਆ। ਮਹਾਰਾਜ ਫਰਮਾਉਂਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਬਈ ਉਹ ਜੀਵ ਦੇ ਉੱਤੇ ਦਇਆ ਕੀਤੀ, ਉਹਦਾ 68 ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ, ਉਹਨੇ ਪੁੰਨ ਵੀ ਕਰ ਲਿਆ, ਉਹਨੇ ਦਾਨ ਵੀ ਕਰ ਦਿੱਤਾ। ਇਹਨੂੰ ਕਹਿੰਦੇ ਫਿਰ ਮਹਾਰਾਜ ਗੁਰਬਾਣੀ ਗੁਰੂ ਵਿੱਚ ਪੁੰਨ ਦਾਨ ਕਰਨਾ, ਜਿਹੜਾ ਮਨਾਂ ਦੇ ਉੱਤੇ ਹੁੰਦਾ ਹੈ। ਹੁਣ ਇਹ ਜਿਹੜਾ ਪੁੰਨ ਅਤੇ ਦਾਨ, ਇਹ ਅਕਲ ਦੁਆਰਾ ਕੀਤਾ ਜਾਂਦਾ। ਜੇ ਸਾਡੀ ਬੁੱਧ ਵਿਵੇਕ ਹੋਏਗੀ ਫਿਰ ਅਸੀਂ ਇਹ ਪੁੰਨ ਦਾਨ ਕਰ ਸਕਦੇ। ਜੇ ਸਾਨੂੰ ਆਪ ਨੂੰ ਹੀ ਨਹੀਂ ਭੇਦ ਅਤੇ ਫਿਰ ਅਸੀਂ ਇਹ ਪੁੰਨ ਦਾਨ ਕਰ ਹੀ ਨਹੀਂ ਸਕਦੇ। ਫਿਰ ਅਸੀਂ ਕੀ ਦੱਸਾਂਗੇ ਅੱਗੇ ਕਿਸੇ ਨੂੰ, ਜੇ ਸਾਨੂੰ ਆਪ ਨੂੰ ਹੀ ਨਹੀਂ ਪਤਾ। ਤਾਂ ਫਿਰ ਮਹਾਰਾਜ ਕਹਿੰਦੇ ਵੀ ਇਹ ਅਕਲ ਦੁਆਰਾ ਹੁੰਦਾ। ਅਗਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਜੇ ਦਾਨ, ਕਹੇ ਨਾਨਕ ਰਾਹ ਇਹੋ ਹੋਰ ਗੱਲਾਂ ਸ਼ੈਤਾਨ। ਮਹਾਰਾਜ ਕਹਿੰਦੇ ਵੀ ਅਕਲ ਦੁਆਰਾ ਪਹਿਲਾਂ ਆਪ ਸਿਮਰਨ ਕਰਨ, ਅਕਲੀ ਸਾਹਿਬ ਸੇਵੀਏ। ਅਕਲ ਹੁੰਦੀ ਵੀ ਜੋ ਸਾਨੂੰ ਗੁਰੂ ਸਿਖਾਉਂਦਾ ਹੈ। ਅਕਲ ਕਹਿੰਦੇ ਜੁਗਤੀ ਤਰੀਕਾ, ਅਕਲ ਕਲਾ, ਜਿਹੜੀ ਅਸੀਂ ਭੁੱਲ ਚੁੱਕੇ ਹਾਂ, ਅਕਲ ਦਾ ਇਸਤੇਮਾਲ ਕਰਨਾ ਉਹ ਸਾਨੂੰ ਗੁਰੂ ਸਿਖਾਉਂਦਾ ਹੈ। ਫਿਰ ਉਹ ਅਕਲ ਦੁਆਰਾ ਅਸੀਂ ਸਿਮਰਨ ਕਰਨਾ। ਜਿਵੇਂ ਹੁਣ ਇਹ ਅਕਲ ਹੈ ਨਾ, ਆਪਾਂ ਗੁਰੂ ਤੋਂ ਲਈ, ਗੁਰਬਾਣੀ ਗੁਰੂ ਤੋਂ ਵੀ ਸਾਸ ਗਿਰਾ ਸਿਮਰਨ ਕਰਨਾ, ਇਹ ਵਿਧੀ ਤਰੀਕਾ ਜੁਗਤੀ, ਇਹਨੂੰ ਅਕਲ ਕਹਿੰਦੇ। ਅਕਲੀ ਸਾਹਿਬ ਸੇਵੀਏ, ਵੀ ਅਕਲ ਦੁਆਰਾ, ਵਿਧੀ ਜੁਗਤੀ ਦੁਆਰਾ ਸਿਮਰਨ ਕਰਨਾ, ਪਰਮਾਤਮਾ ਨੂੰ ਸੇਵਣਾ। ਫਿਰ ਅਕਲ ਦੁਆਰਾ ਹੀ ਸਾਨੂੰ ਮਾਣ ਮਿਲਦਾ। ਅਕਲੀ ਪਾਈਏ ਮਾਣ, ਵੀ ਜਦੋਂ ਅਸੀਂ ਇਹ ਅਕਲ ਦੁਆਰਾ ਸਿਮਰਨ ਕਰਾਂਗੇ, ਜੁਗਤੀ ਦੁਆਰਾ ਸਾਨੂੰ ਮਾਣ ਮਿਲਣਾ। ਕੀ ਤੋਂ? ਮਾਲਕ ਤੋਂ। ਕਿਉਂਕਿ ਜਿਹੜੇ ਉਹਦਾ ਸਿਮਰਨ ਕਰਦੇ,
ਗੁਰੂ ਦੀ ਮੱਤ ਦੁਆਰਾ ਉਹ ਨਿਮਾਣਿਆਂ ਨੂੰ ਮਾਣ ਦਿੰਦਾ। ਮਹਾਰਾਜ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆਂ ਮਾਣ ਦਵਾਵੇ। ਵੀ ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਉਹਨੇ ਸਾਨੂੰ ਮਾਣ, ਮਾਲਕ ਦੇ ਘਰ ਦੇ ਵਿੱਚ ਅਕਲੀ ਪਾਈਏ ਮਾਣ। ਵੀ ਇਹ ਅਕਲ ਦੁਆਰਾ ਮਾਣ ਮਿਲਦਾ। ਇੱਕ ਤਾਂ ਹੁੰਦਾ ਨਾ ਸੰਸਾਰ ਦਾ ਝੂਠਾ ਮਾਣ, ਬਈ ਲੋਕ ਝੂਠੀ ਜਿਹੀ ਵਾਹ ਵਾਹ ਕੀਤੀ ਜਾਂਦੇ, ਉਹ ਹੋਰ ਹਉਮੈ ਹੋਰ ਹੰਕਾਰ ਸਾਡੇ ਅੰਦਰ ਵੱਧਦਾ ਜਾਂਦਾ। ਇੱਕ ਹੈ ਗੁਰੂ ਦੀ ਮੱਤ ਦੁਆਰਾ ਸਤਿਗੁਰੂ ਸਾਨੂੰ ਮਾਣ ਦਿੰਦੇ। ਫਿਰ ਮਹਾਰਾਜ ਕਹਿੰਦੇ ਅਕਲੀ ਪੜ੍ਹ ਕੇ ਬੂਝੀਏ। ਬਈ ਅਸੀਂ ਇਹ ਅਕਲ ਜੁਗਤੀ ਦੁਆਰਾ ਪੜ੍ਹ ਕੇ ਬੁੱਝਣਾ। ਜਿਵੇਂ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਅਕਲ ਦੁਆਰਾ, ਕਿਉਂਕਿ ਉਹ ਅਕਲ ਆਪਾਂ ਨੂੰ ਗੁਰੂ ਸਿਖਾਉਂਦਾ। ਪਹਿਲਾਂ ਤਾਂ ਜਦੋਂ ਸਾਨੂੰ ਅਕਲ ਨਹੀਂ ਹੁੰਦੀ ਸਾਡਾ ਮਨ ਹੀ ਨਹੀਂ ਟਿਕਦਾ ਗੁਰਬਾਣੀ ਪੜ੍ਹਦੇ, ਕਿਉਂਕਿ ਅਸੀਂ ਉਹ ਅਕਲ ਕਲਾ ਸਿੱਖੀ ਨਹੀਂ। ਜਦੋਂ ਆਪਾਂ ਨੂੰ ਸਿਖਾਉਂਦੇ ਵੀ ਖੋਜੀ ਬਣ ਕੇ ਪੜ੍ਹੋ, ਵਿਚਾਰੋ ਨਾਲ ਨਾਲ ਗੁਰਬਾਣੀ ਨੂੰ, ਵੀ ਤੁਹਾਡੇ ਅੰਦਰ ਦੀ ਖੋਜ ਹੈ, ਤੁਹਾਡੀ ਕਾਇਆ ਦੀ ਖੋਜ ਹੈ। ਉਹ ਆਪਾਂ ਅਕਲ ਦੁਆਰਾ ਜਦੋਂ ਪੜ੍ਹਦੇ ਹਾਂ, ਖੋਜਦੇ ਹਾਂ, ਫਿਰ ਬੁੱਝਦੇ ਹਾਂ ਨਾਮ ਨੂੰ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਪੜ੍ਹਨਾ ਕਾਹਦੇ ਵਾਸਤੇ, ਮਨ ਨੂੰ ਸਮਝਾਉਣ ਲਈ। ਮਨ ਸਮਝਾਵਣ ਕਾਰਨੇ ਕਛੂ ਕੁ ਪੜ੍ਹੀਏ ਗਿਆਨ। ਬਈ ਫਿਰ ਉਹ ਅਕਲ ਦੁਆਰਾ ਜਦੋਂ ਆਪਾਂ ਪੜ੍ਹਦੇ ਜੁਗਤੀ ਦੁਆਰਾ, ਫਿਰ ਖੋਜਣਾ ਨਾਮ ਨੂੰ, ਆਪਣੇ ਘਰ ਦੀ ਖੋਜ ਕਰਨੀ, ਅੰਦਰ ਦੀ ਖੋਜ ਕਰਨੀ। ਫਿਰ ਉਹ ਜਦੋਂ ਆਪਾਂ ਖੋਜ ਕਰਦੇ ਹਾਂ, ਫਿਰ ਉਹ ਖੋਜ ਅੱਗੇ ਦੱਸਣੀ। ਜਦੋਂ ਆਪਦਾ ਅੰਦਰ ਦਾ ਭੇਦ ਆ ਗਿਆ, ਫਿਰ ਦੂਸਰੇ ਨੂੰ ਦੱਸਣਾ ਵੀ ਜੋ ਸਾਡੇ ਅੰਦਰ ਹੈ ਵੀ ਉਹ ਤੁਹਾਡੇ ਅੰਦਰ ਵੀ ਹੈ। ਬਈ ਸਾਡੇ ਅੰਦਰ ਵੀ ਮਾਲਕ ਬੋਲ ਰਹੇ, ਇਸੇ ਤਰ੍ਹਾਂ ਉਹ ਤੁਹਾਡੇ ਅੰਦਰ ਵੀ ਬੋਲ ਰਹੇ। ਸਭੇ ਘਟ ਰਾਮ ਬੋਲੇ, ਵੀ ਮੇਰੇ ਅੰਦਰ ਵੀ ਬੋਲਦਾ, ਤੁਹਾਡੇ ਅੰਦਰ ਵੀ ਬੋਲਦਾ। ਇਹ ਫਿਰ ਅੱਗੇ ਦਾਨ ਕਰਨ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਜੇ ਦਾਨ। ਵੀ ਅਕਲ ਦੁਆਰਾ ਦਾਨ ਹੈ। ਮਹਾਰਾਜ ਕਹਿੰਦੇ ਵੀ ਇਹ ਰਾਹ ਹੈ, ਕਹੇ ਨਾਨਕ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਬਈ ਹੋਰ ਗੱਲਾਂ ਜਿਹੜੀਆਂ ਸੰਸਾਰ ਦੀਆਂ, ਉਹ ਸ਼ੈਤਾਨ ਦੀਆਂ ਗੱਲਾਂ ਝੂਠੀਆਂ। ਵੀ ਅਸਲ ਰਾਹ ਇਹ ਹੈ ਮੁਕਤੀ ਦਾ। ਬਈ ਕਿਵੇਂ ਅਸੀਂ ਜੀਵਨ ਮੁਕਤ ਹੋਣਾ, ਕਿਵੇਂ ਅਸੀਂ ਮਾਲਕ ਨਾਲ ਮਿਲਾਪ ਕਰਨਾ। ਉਦੋਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਤ ਸੰਗਤ ਦੇ ਵਿੱਚ ਆ ਕੇ ਪਹਿਲਾਂ ਜਿਹੜਾ ਸਾਡਾ ਮਨ ਲੋਹਾ ਰੂਪ ਹੋ ਗਿਆ ਹੁੰਦਾ, ਫਿਰ ਇਹ ਜਦੋਂ ਕੰਚਨ ਹੋ ਜਾਂਦਾ ਤੇ ਬੁੱਧ ਵਿਵੇਕ ਹੋ ਜਾਂਦੀ, ਇਹਨੂੰ ਵਿਵੇਕ ਗਿਆਨ ਹੋ ਜਾਂਦਾ। ਫਿਰ ਇਹ ਪਰਉਪਕਾਰੀ ਹੋ ਜਾਂਦਾ। ਤਾਈਆਂ ਮਹਾਰਾਜ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਸਿਮਰਦੇ, ਜਿਹੜੇ ਉਹਦਾ ਸਿਮਰਨ ਕਰਦੇ, ਉਹਨਾਂ ਦੇ ਅੰਦਰ ਇਹ ਗੁਣ ਆ ਜਾਂਦਾ ਮਾਲਕ ਵਾਲਾ, ਵੀ ਉਹ ਪਰਉਪਕਾਰੀ ਹੋ ਜਾਂਦੀ। ਰੱਬ ਕੋ ਸਿਮਰੇ ਸੇ ਜਨ ਪਰਉਪਕਾਰੀ। ਵੀ ਉਹ ਪਰਉਪਕਾਰ ਕੀ ਸਾਡੇ 'ਤੇ ਕਰਦੇ, ਵੀ ਸਾਨੂੰ ਭੋਲੇ ਜੀਵਨ ਨੂੰ ਗਿਆਨ ਦਿੰਦੇ, ਸਾਨੂੰ ਸੋਝੀ ਦਿੰਦੇ, ਕਿਵੇਂ ਅਸੀਂ ਪਰਮਾਤਮਾ ਨੂੰ ਮਿਲਣਾ। ਉਹ ਸਾਨੂੰ ਮਿਲਾਪ ਦਾ ਰਸਤਾ ਦੱਸਦੇ, ਸਾਨੂੰ ਭਗਤੀ ਦੇ ਉੱਤੇ ਲਾਉਂਦੇ, ਸਾਨੂੰ ਭਗਤੀ ਦਾ ਭੇਦ ਦਿੰਦੇ ਵੀ ਭਗਤੀ ਕਰਨੀ ਕਿਵੇਂ ਅਸੀਂ। ਇਸ ਲਈ ਫਿਰ ਉਹਨਾਂ ਵਰਤਾਏ ਮਾਰੇ ਕਹਿੰਦੇ ਵੀ ਉਹ ਜਨਮ ਮਰਨ ਤੋਂ ਗੁਰਮੁਖ ਆਪ ਤਾਂ ਰਹਿਤ ਹੁੰਦੇ, ਵੀ ਉਹ ਜਨ ਪਰਉਪਕਾਰੀ ਸੰਸਾਰ 'ਚ ਆਉਂਦੇ ਸਾਡੇ ਜੀਵਾਂ ਦਾ ਭਲਾ ਕਰਨ ਵਾਸਤੇ, ਸਾਨੂੰ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਰੱਬ ਦੇ ਨਾਲ ਮਿਲਾਉਣ ਵਾਸਤੇ। ਮਹਾਰਾਜ ਫਰਮਾਉਂਦੇ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਈ। ਜੀ ਦਾਨ ਦੇ ਭਗਤੀ ਲਾਵਣ, ਹਰ ਸਿਉ ਲੈਣ ਮਲਾਈ। ਵੀ ਉਹ ਸਾਨੂੰ ਭਗਤੀ ਦੇ ਮਾਰਗ 'ਤੇ ਤੋਰ ਕੇ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ। ਜਦੋਂ ਅਸੀਂ ਵਿਛੜੇ ਹਾਂ ਪਰਮਾਤਮਾ ਤੋਂ, ਉਹਦੇ ਨਾਲ ਸਾਨੂੰ ਫਿਰ ਮਿਲਾ ਦਿੰਦੇ। ਸਾਡਾ ਜੋ ਅਸਲ ਮਾਂ ਪਿਓ ਹੈ, ਸਾਡਾ ਮਾਤਾ ਪਿਤਾ ਜਿਹਦੇ ਅਸੀਂ ਬੱਚੇ ਹਾਂ, ਉਹਦੇ ਨਾਲੋਂ ਸਾਡਾ ਵਿਛੋੜਾ ਪੈ ਗਿਆ। ਅਸੀਂ ਆਪਾਂ ਨੂੰ ਭੁੱਲ ਚੁੱਕੇ ਸੀ, ਅਤੇ ਉਹ ਭੁੱਲਿਆਂ ਹੋਇਆਂ ਨੂੰ ਫਿਰ ਸਾਨੂੰ ਇਹ ਭਗਤੀ ਦੇ ਮਾਰਗ 'ਤੇ ਤੋਰ ਕੇ ਵਿਛੜਿਆਂ ਨੂੰ ਫਿਰ ਮਿਲਾ ਦਿੱਤਾ।
ਇਸ ਲਈ ਮਹਾਰਾਜ ਕਹਿੰਦੇ ਵੀ ਜਿੱਦਾਂ ਦਾ ਮੈਂ ਸਤਿਗੁਰੂ ਨੂੰ ਸੁਣਿਆ ਮੈਂ ਉੱਦਾਂ ਦਾ ਹੀ ਦੇਖਿਆ ਵੀ ਜਿਹੜਾ ਸਾਨੂੰ ਵਿਛੜਿਆ ਹੋਇਆਂ ਨੂੰ ਫਿਰ ਮਾਲਕ ਦੇ ਨਾਲ ਮਿਲਾ ਦਿੰਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ। ਬਈ ਉਹ ਗੁਰਮੁਖ ਉਹ ਸੰਤ ਜਨ ਜਿਹੜੇ ਸਾਨੂੰ ਫਿਰ ਇਹ ਪ੍ਰੇਮ ਦੀ ਕਹਾਣੀ ਸੁਣਾਉਂਦੇ, ਉਹ ਮਾਲਕ ਦੇ ਘਰ ਦੇ ਵਿੱਚੋਂ ਦਰਸਾਏ ਹੋਏ ਵੀ ਉਹ ਮਾਲਕ ਉਹਨਾਂ ਨੂੰ ਭੇਜਦਾ ਸੰਸਾਰ ਦੇ ਵਿੱਚ ਸਾਨੂੰ ਜੀਵਾਂ ਨੂੰ ਭੇਤ ਦੇਣ ਵਾਸਤੇ, ਸਾਨੂੰ ਭੁੱਲਿਆਂ ਨੂੰ ਸਮਝਾਉਣ ਵਾਸਤੇ। ਜਿਹੜੇ ਫਿਰ ਉਹਨਾਂ ਗੁਰਮੁਖਾਂ ਦੀ ਵਿਚਾਰ ਨੂੰ ਸੁਣ ਕੇ ਮੰਨਦੇ, ਉਹਨਾਂ ਦਾ ਮਾਲਕ ਨਾਲ ਮਿਲਾਪ ਹੋ ਜਾਂਦਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਉਹ ਬ੍ਰਹਮ ਦੀ ਵਿਚਾਰ ਕਰਦੇ ਗੁਰੂ ਸਾਹਿਬ, ਜਿਹੜਾ ਧਿਆਨ ਦੇ ਨਾਲ ਸੁਣਦਾ ਅਤੇ ਸੁਣ ਕੇ ਮੰਨਦਾ ਉਹ ਹੀ ਭਵ ਸਾਗਰ ਤੋਂ ਪਾਰ ਹੋ ਜਾਂਦਾ। ਮਹਾਰਾਜ ਫਰਮਾਉਂਦੇ ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਧਰਿਵਾਰ। ਬਈ ਉਹ ਬ੍ਰਹਮ ਦੀ ਵਿਚਾਰ ਕਰਦੇ, ਅਕਥ ਕਹਾਣੀ ਪ੍ਰੇਮ ਕਹਾਣੀ ਸਾਨੂੰ ਸੁਣਾਉਂਦੇ। ਜਦੋਂ ਅਸੀਂ ਉਹਨਾਂ ਦੇ ਦੱਸੇ ਹੋਏ ਪ੍ਰੇਮ ਦੇ ਮਾਰਗ 'ਤੇ ਚੱਲਦੇ, ਵੈਰ ਵਿਰੋਧ ਛੱਡ ਦਿੰਦੇ ਹਾਂ, ਈਰਖਾ ਨਫ਼ਰਤ ਛੱਡ ਦਿੰਦੇ ਹਾਂ ਅਤੇ ਸਾਡਾ ਮਿਲਾਪ ਹੋ ਜਾਂਦਾ। ਅਭਿਆਸ ਕਰਾਂਗੇ ਅਤੇ ਅਸੀਂ ਵਿਛੜੇ ਹੋਏ ਵੀਰ ਮਿਲ ਪਾਂਗੇ। ਜੇ ਹੁਣ ਅਸੀਂ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਾਂਗੇ ਨਹੀਂ, ਉਹਨਾਂ ਦਾ ਵਚਨ ਮੰਨਾਂਗੇ ਨਹੀਂ, ਫਿਰ ਸਤਿਗੁਰੂ ਵੀ ਨਹੀਂ ਕੁਛ ਕਰ ਸਕਦੇ। ਜਿਵੇਂ ਹੁਣ ਮਹਾਰਾਜ ਆਪਾਂ ਨੂੰ ਦੱਸਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰ ਦਾ ਖਿਤਾਬ ਹੈ। ਸਤਿਗੁਰੂ ਸਾਨੂੰ ਹਰ ਇੱਕ ਪੱਖੋਂ ਸਮਝਾਉਂਦੇ, ਸਾਨੂੰ ਗਿਆਨ ਦਿੰਦੇ, ਸੋਝੀ ਦਿੰਦੇ। ਪਰ ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਵੀ ਫਿਰ ਕੀ ਕਰੇ ਜੇ ਸਿੱਖਾਂ ਨੇ ਕਹਿਣਾ ਨਹੀਂ ਮੰਨਣਾ। ਜੋ ਸਾਨੂੰ ਇਹ ਵਚਨ ਕਹਿਣ, ਜੇ ਅਸੀਂ ਇਹਨਾਂ ਦਾ ਹੁਣ ਵਚਨ ਮੰਨੀਏ ਨਾ, ਇਹ ਸਾਨੂੰ ਕਹਿਣਾ ਵੀ ਵੈਰ ਵਿਰੋਧ ਨਾ ਕਰੋ ਅਤੇ ਅਸੀਂ ਫਿਰ ਵੀ ਕਰੀ ਜਾਈਏ। ਇਹ ਸਾਨੂੰ ਕਹਿਣਾ ਵੀ ਕਿਸੇ ਨਾਲ ਈਰਖਾ ਨਾ ਕਰੋ, ਨਫ਼ਰਤ ਨਾ ਕਰੋ, ਲੜਾਈਆਂ ਝਗੜੇ ਨਾ ਕਰੋ, ਅਸੀਂ ਫਿਰ ਵੀ ਕਰੀਏ। ਅਤੇ ਫਿਰ ਮਹਾਰਾਜ ਜੀ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੀ ਚੂਕ ਆਂਦੇ ਏਕ ਨ ਲੱਗੇ, ਜਿਉਂ ਬਾਂਸ ਵਜਾਈਏ ਫੂਕ। ਬਈ ਫਿਰ ਸੱਚੇ ਸਤਿਗੁਰ ਨੂੰ ਕੀ ਦੋਸ਼? ਫਿਰ ਅਸੀਂ ਆਖੀਏ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਅਤੇ ਫਿਰ ਅਸੀਂ ਸਤਿਗੁਰ ਨੂੰ ਥੋੜ੍ਹੀ ਦੋਸ਼ ਦੇ ਸਕਦੇ। ਉਹ ਕਹਿੰਦੇ ਦੋਸ਼ ਤਾਂ ਤੁਹਾਡਾ ਹੀ ਹੈ, ਤੁਸੀਂ ਕਹਿਣਾ ਤਾਂ ਮੰਨਦੇ ਨਹੀਂ। ਫਿਰ ਅਸੀਂ ਆਖੀਏ ਵੀ ਸਾਡਾ ਮਨ ਸੁਖੀ ਨਹੀਂ ਹੈ, ਸਾਡੇ ਮਨ ਦੇ ਦੁੱਖ ਨਹੀਂ ਘਟਦੇ, ਅਤੇ ਮਹਾਰਾਜ ਕਹਿੰਦੇ ਦੁੱਖ ਦਾ ਕਾਰਨ ਤਾਂ ਤੁਸੀਂ ਆਪ ਹੀ ਹੋ। ਜੇ ਹੁਣ ਅਸੀਂ ਸਤਿਗੁਰਾਂ ਦਾ ਵਚਨ ਮੰਨੀਏ ਅਤੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਅਸੀਂ ਦੁਖੀ ਹੋਈਏ। ਦੁੱਖ ਤਾਂ ਸਾਡੇ ਉੱਦਾਂ ਹੀ ਨਾ ਲਾਗੇ ਆਵੇ। ਦੁੱਖ ਦਾ ਕਾਰਨ ਹੈ ਜਦੋਂ ਅਸੀਂ ਗੁਰੂ ਦਾ ਵਚਨ ਨਹੀਂ ਮੰਨਦੇ, ਸਤਿਗੁਰ ਦਾ ਕਹਿਣਾ ਨਹੀਂ ਮੰਨਦੇ, ਫਿਰ ਅਸੀਂ ਖੁਦ ਦੁਖੀ ਹੁੰਦੇ, ਫਿਰ ਅਸੀਂ ਅਸ਼ਾਂਤ ਹੋ ਜਾਂਦੇ। ਤਾਈਓ ਸਾਨੂੰ ਫਿਰ ਸਮਝਾਉਂਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਮਾਰਗ ਦੱਸ ਰਹੇ ਪ੍ਰੇਮ ਦਾ, ਵੀ ਇਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੋ। ਮਹਾਰਾਜ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਇਹਨਾਂ ਦੇ ਵਚਨਾਂ ਨੂੰ ਸੱਤ ਸੱਤ ਕਰਕੇ ਮੰਨੋ, ਕਿਉਂਕਿ ਜਿਹੜੇ ਵਚਨ ਸਾਨੂੰ ਗੁਰਮੁਖ ਸੁਣਾਉਂਦੇ, ਉਹ ਮਾਲਕ ਉਹਨਾਂ ਦੇ ਮੁਖ ਦੇ ਵਿੱਚੋਂ ਆਪ ਕਢਾਉਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਵੀ ਉਹ ਕਰਤਾ ਪੁਰਖ ਆਪ ਗੁਰਮੁਖਾਂ ਦੇ ਮੁਖ ਦੇ ਵਿੱਚੋਂ ਵਚਨ ਕਢਾਉਂਦਾ, ਵਚਨ ਬੋਲਦਾ, ਆਪ ਹੀ
ਸਾਡੇ ਭਲੇ ਵਾਸਤੇ, ਸਾਡੇ ਜੀਵਨ ਦਾ ਉਧਾਰ ਕਰਨ ਵਾਸਤੇ। ਜੇ ਅਸੀਂ ਉਹਨਾਂ ਵਚਨਾਂ ਨੂੰ ਕਮਾ ਲਈਏ, ਮੰਨ ਲਈਏ, ਤੇ ਸਾਡਾ ਵਾਰ ਉਤਾਰਾ ਹੋ ਜਾਵੇ। ਇਸ ਵਾਸਤੇ ਹੁਣ ਇਹ ਵਚਨ ਮੰਨਣ ਲਈ ਇਹ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਦ ਤੱਕ ਅਸੀਂ ਸਿਮਰਨ ਨਹੀਂ ਕਰਾਂਗੇ, ਸਾਡਾ ਮਨ ਮੰਨਣ ਦੀ ਅਵਸਥਾ 'ਚ ਨਹੀਂ ਆਉਂਦਾ। ਇਹ ਮੰਨਦਾ ਨਹੀਂ। ਇਹ ਮੰਨਣ ਦੀ ਅਵਸਥਾ 'ਚ ਫੇਰ ਹੀ ਆਏਗਾ ਜਦੋਂ ਅਸੀਂ ਲਗਾਤਾਰ ਸਿਮਰਨ ਕਰਾਂਗੇ। ਸਿਮਰਨ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਮਨ ਨੂੰ ਘਰੇ ਬਿਠਾ ਲਾਂਗੇ, ਫਿਰ ਇਹ ਮੰਨਣ ਦੀ ਅਵਸਥਾ 'ਚ ਆਉਂਦਾ। ਜਿਵੇਂ ਬੱਚਾ ਹੈ, ਉਹ ਸੁੱਤਾ ਹੋਵੇ, ਸੁੱਤੇ ਹੋਏ ਨੂੰ ਮਾਂ ਪਿਓ ਜੋ ਮਰਜ਼ੀ ਕਹੀ ਜਾਣ, ਉਹ ਮੰਨੇਗਾ ਹੀ ਨਹੀਂ, ਕਿਉਂਕਿ ਉਹ ਸੁੱਤਾ ਪਿਆ। ਜਦੋਂ ਉਹ ਸੁੱਤਾ ਹੋਇਆ ਜਾਗੇਗਾ, ਫਿਰ ਜੋ ਮਾਤਾ ਪਿਤਾ ਕਹਿਣਗੇ ਫਿਰ ਉਹ ਮੰਨੇਗਾ। ਜਿਵੇਂ ਬੱਚਾ, ਉਹਨੂੰ ਉਠਾ ਦਿੱਤਾ ਵੀ ਉੱਠਿਆ ਵੀ ਹੁਣ ਤੂੰ ਨਹਾ ਧੋ ਲੈ, ਉਹ ਨਹਾ ਧੋ ਲਏਗਾ, ਫਿਰ ਤੂੰ ਸਕੂਲ ਜਾਣਾ ਹੈ, ਫਿਰ ਉਹ ਸਕੂਲ ਚਲਾ ਜਾਏਗਾ। ਮਤਲਬ ਉਹ ਫਿਰ ਮਾਂ ਪਿਓ ਦਾ ਹੁਕਮ ਮੰਨੇਗਾ। ਜਦੋਂ ਜਾਗੇਗਾ ਫਿਰ ਮੰਨੇਗਾ। ਜਦ ਤੱਕ ਸੁੱਤਾ ਪਿਆ ਉਹ ਮੰਨਣ ਦੀ ਅਵਸਥਾ 'ਚ ਨਹੀਂ, ਉਹ ਮੰਨੇਗਾ ਹੀ ਨਹੀਂ। ਇਸ ਕਰਕੇ ਹੁਣ ਜਦ ਤੱਕ ਸਾਡਾ ਮਨ ਸੁੱਤਾ ਹੋਇਆ, ਇਹ ਗੁਰਬਾਣੀ ਗੁਰੂ ਨੂੰ ਨਹੀਂ ਮੰਨਦਾ, ਇਹ ਮੰਨਣ ਦੀ ਅਵਸਥਾ 'ਚ ਹੀ ਨਹੀਂ ਹੈ। ਜਦੋਂ ਇਹ ਜਾਗੇਗਾ ਫਿਰ ਇਹ ਕਹਿਣਾ ਮੰਨੇਗਾ, ਫਿਰ ਇਹ ਹੁਕਮ ਦੇ ਵਿੱਚ ਚੱਲੇਗਾ। ਹੁਣ ਮਨ ਨੂੰ ਜਗਾਉਣ ਵਾਸਤੇ ਫਿਰ ਇਹ ਸਿਮਰਨ ਹੈ। ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਇਹ ਨਹੀਂ ਜਾਗਣਾ। ਮਹਾਰਾਜ ਇਸ ਲਈ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਹੁਣ ਕਿਵੇਂ ਅਸੀਂ ਇਹ ਸੁੱਤੇ ਹੋਏ ਮਨ ਨੂੰ ਜਗਾਉਣਾ? ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਨਿਰੰਤਰ ਹੀ ਸਿਮਰਨ ਕਰਦੇ ਹਾਂ, ਫਿਰ ਆਪਣਾ ਮਨ ਹੈ ਜਿਹੜਾ ਜਾਗਤ ਅਵਸਥਾ 'ਚ ਆਉਂਦਾ। ਜਦੋਂ ਇਹ ਜਾਗੇਗਾ, ਇਹਦੇ ਗੁਰਬਾਣੀ ਗੁਰੂ ਨੂੰ ਮੰਨਣ ਦੀ ਅਵਸਥਾ 'ਚ ਆਉਂਦਾ। ਫਿਰ ਇਹ ਗੁਰੂ ਸਾਹਿਬਾਨਾਂ ਦਾ ਬਚਨ ਮੰਨ ਕੇ ਚੱਲਦਾ। ਜਦ ਤੱਕ ਹੁਣ ਮਨ ਸੁੱਤਾ ਹੈ ਅਤੇ ਸੁੱਤੇ ਨੂੰ ਅਸੀਂ ਆਖੀਏ ਵੀ ਇਹ ਗੁਰਬਾਣੀ ਗੁਰੂ ਨੂੰ ਮੰਨੇਗਾ, ਇਹ ਮੰਨੇਗਾ ਹੀ ਨਹੀਂ, ਕਿਉਂਕਿ ਮੰਨਣ ਦੀ ਅਵਸਥਾ 'ਚ ਹੀ ਨਹੀਂ, ਇਹਨੂੰ ਸਮਝ ਹੀ ਨਹੀਂ ਆਏਗੀ ਪਹਿਲਾਂ ਤਾਂ ਵੀ ਮੈਨੂੰ ਕਹਿੰਦੇ ਕੀ ਨਹੀਂ। ਇਸ ਵਾਸਤੇ ਹੁਣ ਮਨ ਨੂੰ ਜਗਾਉਣ ਲਈ ਵੱਧ ਤੋਂ ਵੱਧ ਇਹ ਆਪਾਂ ਸਿਮਰਨ ਅਭਿਆਸ ਕਰਨਾ ਹੈ। ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਨਾਲ ਨਾਲ ਜੋ ਸਾਨੂੰ ਸਤਿਗੁਰੂ ਛੱਡਣ ਨੂੰ ਕਹਿ ਰਹੇ ਵੀ ਇਹ ਮਨ ਦੀਆਂ ਰਹਿਤਾਂ ਰੱਖਣੀ, ਕਿਸੇ ਨਾਲ ਵੀ ਆਪਾਂ ਵੈਰ ਵਿਰੋਧ ਨਹੀਂ ਕਰਨਾ, ਮਨ ਦੇ ਵਿੱਚ ਕਿਸੇ ਨਾਲ ਵੀ ਅਸੀਂ ਈਰਖਾ ਨਹੀਂ ਰੱਖਣੀ, ਨਫ਼ਰਤ ਨਹੀਂ ਕਰਨੀ। ਹਉਮੈ ਤੋਂ ਮਨ ਨੂੰ ਰਹਿਤ ਰੱਖਣਾ, ਦੁਵਿਧਾ ਤੋਂ ਉਪਟ ਹੋਣਾ, ਲੋਕ ਲੱਜਾ ਤੋਂ ਉੱਪਰ ਉੱਠਣਾ ਅਤੇ ਐਸੀ ਅਵਸਥਾ 'ਚ ਰਹਿਣਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵੀ ਅਸੀਂ ਵੀ ਮਾੜੇ ਹਾਂ, ਸਾਤੋਂ ਸਾਰੀ ਚੰਗੀ। ਜਦੋਂ ਅਸੀਂ ਮਨ ਨੂੰ ਇਹ ਅਵਸਥਾ 'ਚ ਲੈ ਕੇ ਚੱਲਾਂਗੇ, ਫਿਰ ਇਹ ਜਾਗਤ ਅਵਸਥਾ 'ਚ ਆਏਗਾ। ਜੇ ਹੁਣ ਅਸੀਂ ਸਿਮਰਨ ਵੀ ਕਰੀ ਜਾਵਾਂਗੇ ਅਤੇ ਵੈਰ ਵਿਰੋਧ ਵੀ ਕਰੀ ਜਾਵਾਂਗੇ, ਜੇ ਅਸੀਂ ਸਿਮਰਨ ਵੀ ਕਰੀਏ ਅਤੇ ਹਉਮੈ ਹੰਕਾਰ ਵੀ ਕਰੀ ਚੱਲੀਏ, ਫਿਰ ਇਹ ਜਾਗੇਗਾ। ਇਹਨੇ ਸੁੱਤਾ ਹੀ ਰਹਿਣਾ, ਕਿਉਂਕਿ ਇਹਨਾਂ ਵਿੱਚ ਹੀ ਸੁੱਤਾ ਹੋਇਆ, ਵੈਰ ਵਿਰੋਧ ਦੇ ਵਿੱਚ, ਦੁਵਿਧਾ ਦੇ ਵਿੱਚ। ਇਸ ਕਰਕੇ ਜਿਹੜਾ ਮਾਰਗ ਇਹ ਨਿਮਾਣਿਆਂ ਦਾ, ਨੀਵਿਆਂ ਦਾ, ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋਵਾਂਗੇ ਅਤੇ ਨੀਵਾਂ ਫੇਰ ਹੋਏਗਾ ਜਿੰਨਾ ਮਨ ਨਿਰਮਲ ਹੋਏਗਾ। ਜਿੰਨਾ ਮਨ ਨਿਰਮਲ ਹੋਏਗਾ ਓਨਾ ਹੀ ਨੀਵਾਂ ਹੋਏਗਾ, ਓਨਾ ਹੀ ਨਿਮਾਣਾ ਹੋਏਗਾ। ਜਿੰਨਾ ਮਨ ਮੈਲਾ ਹੋਏਗਾ ਓਨਾ ਹੀ ਹੰਕਾਰੀ ਹੋਏਗਾ, ਓਨੀ ਹਉਮੈ ਹੋਏਗੀ। ਇਸ ਵਾਸਤੇ ਹੁਣ ਆਪਾਂ ਮਨ ਨੂੰ ਨਿਰਮਲ ਕਰਨ ਵਾਸਤੇ ਇਹਦੇ ਸਿਮਰਨ ਅਤੇ ਸਤਸੰਗ ਅਤੇ ਜੋ ਕਹਾਣੀ ਸਤਿਗੁਰੂ ਆਪਾਂ ਨੂੰ ਪ੍ਰੇਮ ਦੀ ਸਿਖਾਉਂਦੇ, ਪ੍ਰੇਮ ਦਾ ਮਾਰਗ, ਜਿਹਨੂੰ ਮਹਾਰਾਜ ਕਹਿੰਦੇ ਕਥ ਕਹਾਣੀ ਪ੍ਰੇਮ ਕੀ, ਬਈ ਇਹ ਪ੍ਰੇਮ ਦੀ ਕਹਾਣੀ ਹੈ। ਅਤੇ ਹੁਣ ਆਪਾਂ ਇਹ ਪ੍ਰੇਮ ਦੇ ਮਾਰਗ 'ਤੇ ਚੱਲਣਾ, ਵੈਰ ਵਿਰੋਧ ਵਾਲਾ ਮਾਰਗ ਛੱਡਣਾ। ਸੋ ਇਸ ਵਾਸਤੇ ਜਦੋਂ ਇਹ ਮਾਰਗ 'ਤੇ ਚੱਲਾਂਗੇ, ਫਿਰ ਅਸੀਂ ਆਪਦੇ ਘਰ ਜਾ ਸਕਦੇ, ਫਿਰ ਅਸੀਂ ਸੁਖੀ ਰਹਿ ਸਕਦੇ। ਇਹ ਜੋ ਸਾਰਾ ਭੇਦ, ਇਹ ਜੋ ਪ੍ਰੇਮ ਦੀ ਕਹਾਣੀ ਆਪਾਂ ਨੂੰ ਸਾਰੀ ਸਮਝਾਈ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਇਹ ਜੋ ਮਾਰਗ ਹੈ ਪ੍ਰੇਮ ਦਾ, ਜੋ ਅਸੀਂ ਛੱਡ ਚੁੱਕੇ ਹਾਂ, ਵੀ ਇਹਦੇ ਉੱਤੇ ਚੱਲੋ। ਜੇ ਚੱਲੋਗੇ ਤੁਸੀਂ ਇਹ ਸੰਸਾਰ 'ਚ ਵੀ ਸੁਖੀ ਰਹੋਗੇ ਅਤੇ ਤੁਸੀਂ ਆਪਦਾ ਅੱਗਾ ਵੀ ਸਵਾਰ ਲਓਗੇ। ਇਹ ਜੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਜ਼ ਸਮਝਾਉਂਦੇ ਵੀ ਇਹ ਪ੍ਰੇਮ ਦਾ ਮਾਰਗ ਹੈ, ਪ੍ਰੇਮ ਦਾ ਖੇਲ ਹੈ। ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਰਮਾਉਂਦੇ ਆਪਾਂ ਨੂੰ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ